ਪਿਛਲੇ 5 ਸਾਲਾਂ 'ਚ ਇਹੋ ਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ ਵਿੱਚ ਪਤਨੀ ਨੇ ਆਪਣੇ ਪਤੀ ਦਾ ਕਤਲ ਕਰਵਾਇਆ ਹੋਇਆ। ਹਨੀਮੂਨ ਦਾ ਕੇਸ ਸੀ, ਨਵ ਵਿਆਹਿਆ ਜਾਂਦਾ ਜੋੜਾ ਤੇ ਉੱਥੇ ਹੀ ਧੱਕਾ ਮਾਰ ਕੇ ਉਹਨੂੰ ਮਾਰ ਦਿੱਤਾ ਜਾਂਦਾ ਹੈ। ਵੀ ਇੱਥੋਂ ਤੱਕ ਮਾਨਸਿਕਤਾ ਵੀ ਲੋਕਾਂ ਦੀ ਚਲੇ ਜਾਂਦੀ ਹੈ। ਉਹ ਮੈਨੂੰ ਨਹੀਂ ਪਤਾ ਵੀ ਉਹ ਕਿਸ ਮਾਈਂਡ ਸੈਟ ਦੇ ਉਹ ਲੋਕ ਹੁੰਦੇ ਆ। ਜੇ ਤੁਸੀਂ ਮੈਨੂੰ ਕਹੋ ਤਾਂ ਮੇਰੇ ਲਈ ਇਹ ਅੰਡਰਸਟੈਂਡ ਕਰਨੀ ਬਹੁਤ ਔਖੀ ਆ ਗੱਲ। ਐਕਸਟਰਾ ਮੈਰਿਟਲ ਅਫੇਅਰਸ ਹੈ ਜਾਂ ਕੁਝ ਕਹਿ ਲਓ, ਪਹਿਲਾਂ ਬੰਦੇ ਕਰਦੇ ਰਹਿੰਦੇ ਸੀ, ਠੀਕ ਹੈ। ਸੋ ਲੇਡੀਜ਼ ਵਰ ਅਵੇਅਰ ਕਿ ਜੀ ਇਹਦਾ ਹਸਬੈਂਡ ਐ ਕਰ ਰਿਹਾ ਜਾਂ they were cheating all the time. But now I think ladies are also, married ladies are also discussing all these things between each other. NCBR ਦੀ ਵੀ ਰਿਪੋਰਟ ਸੀ ਕਿ ਜਿੰਨੀ ਵੀ ਹੱਤਿਆਵਾਂ ਹੋ ਰਹੀਆਂ ਪੂਰੇ ਭਾਰਤ ਦੇ ਵਿੱਚ ਤੀਜਾ ਮੁੱਖ ਕਾਰਨ ਇਹੀ ਹੈ, ਐਕਸਟਰਾ ਮੈਰਿਟਲ ਅਫੇਅਰ। ਕਈ ਵਾਰੀ husband is too occupied with his work, ਠੀਕ ਹੈ ਕਿ ਨਹੀਂ, or he is busy with his thing, you know, ਉਹ ਕੰਮ ਵੀ ਕਰ ਰਿਹਾ ਜਾਂ ਬਾਹਰ ਵੀ ਹੈਗਾ ਉਹਦਾ ਸਿਸਟਮ ਸੈੱਟ, ਠੀਕ ਹੈ। ਵਾਈਫ ਨੂੰ ਟਾਈਮ ਨਹੀਂ ਦੇ ਰਿਹਾ। ਜਦੋਂ ਤੋਂ ਉਹਦੀ ਏਜ ਇਹੋ ਜਿਹੀ ਹੁੰਦੀ ਹੈ ਵਾਈਫ ਦੀ, ਠੀਕ ਹੈ ਕਿ ਨਹੀਂ, ਉਹ ਕਹਿੰਦੀ ਤੂੰ ਕੀਤਾ ਮੈਂ ਵੀ ਕਰਦਾ। ਕਈ ਵਾਰ ਦੇਖਿਆ ਸੀ 6 ਮਹੀਨੇ ਵਿਆਹ ਨੂੰ ਹੁੰਦੇ ਨੇ ਤੇ 6 ਮਹੀਨੇ ਬਾਅਦ ਹੀ ਡਿਵੋਰਸ ਹੋ ਜਾਂਦਾ ਹੈ। ਸੈਕਿੰਡਲੀ ਮੈਨੂੰ ਲੱਗਦਾ ਈਗੋ ਐਂਡ ਪੇਸ਼ੈਂਸ ਬਹੁਤ ਘੱਟ ਗਈ ਹੈ। ਲੋਕ ਆਪਣੇ ਬੈਡਰੂਮਸ ਤੱਕ ਚਲੇ ਗਏ, ਠੀਕ ਹੈ ਕਿ ਨਹੀਂ। ਦੇ ਆਰ ਪੋਸਟਿੰਗ ਦੈਟ ਐਜ਼ ਵੈਲ ਐਂਡ ਵੀ ਸ਼ੁੱਡ ਸਟਾਪ ਆਲ ਦੈਟ। ਮੈਨੂੰ ਨਹੀਂ ਪਤਾ ਕਿਵੇਂ ਖਤਮ ਹੋਊਗਾ। ਇਹ ਵਧੀ ਜਾ ਰਿਹਾ ਐਂਡ ਸਮਟਾਈਮਸ ਤਾਂ ਦੇ ਸੋ ਕ੍ਰਿੰਜ ਜਾਂ ਇੰਨੇ ਕ੍ਰੀਪੀ ਹੁੰਦੇ ਆ ਕਿ ਤੁਹਾਨੂੰ ਲੱਗਦਾ ਕਿ ਵਾਟ ਆਰ ਦੇ ਡੂਇੰਗ। ਮੁੰਡੇ ਵਾਲੇ ਇੱਥੇ ਬੈਠੇ ਨੇ, ਜਾਂ ਕੁੜੀ ਬਾਹਰ ਭੇਜਤੀ ਪੈਸੇ ਲਾ ਕੇ, ਉਹਨੇ ਆਈਲੈਟਸ ਕੀਤੀ ਹੋਈ ਹੈ ਤੇ ਮੁੰਡੇ ਵਾਲੇ ਨੂੰ ਮੁੜ ਕੇ ਬੁਲਾਇਆ ਨਹੀਂ, ਨੰਬਰ ਬਲੌਕ। ਤੇ ਮੁੰਡਿਆਂ ਨੇ ਵੀ ਬੜਿਆਂ ਨੇ ਇੱਦਾਂ ਕੀਤਾ, ਮੁੰਡੇ ਨੇ ਵੀ ਬਹੁਤ ਕੀਤਾ। ਹੁਣ ਆਪਾਂ ਕੁੜੀਆਂ ਨੂੰ ਹਾਈਲਾਈਟ ਕਰ ਲੈਂਦੇ ਜ਼ਿਆਦਾ ਜਿਹੜੇ ਮਾਮਲੇ ਆ ਰਹੇ, ਕੁੜੀਆਂ ਦੇ ਮਾਮਲੇ ਆ ਰਹੇ ਨੇ। ਹੁਣ ਸੋਸ਼ਲ ਮੀਡੀਆ ਕਰਕੇ ਕੁੜੀਆਂ ਨੂੰ ਹਾਈਲਾਈਟ ਕਰ ਦਿੰਦੇ ਆ। ਸਤਿ ਸ਼੍ਰੀ ਅਕਾਲ ਜੀ, ਅੱਜ ਦੇ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਿੰਦਰ ਸਿੰਘ। ਸੋ ਜੋ ਅੱਜ ਤੁਹਾਨੂੰ ਅਸੀਂ ਇੱਕ ਅੰਕੜੇ ਦੱਸਣ ਜਾ ਰਹੇ ਹਾਂ, ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਇਹ ਅੰਕੜੇ ਜਦ ਤਬਦੀਲ ਹੁੰਦੇ ਨੇ, ਕਿਉਂਕਿ ਜਦੋਂ ਵੀ ਅਕਸਰ ਦੇਖਦੇ ਆ ਕਿ ਹਸਬੈਂਡ ਵਾਈਫ ਦੀ ਤਕਰਾਰ ਜਦੋਂ ਹੁੰਦੀ ਹੈ, ਜਦੋਂ ਅੰਕੜੇ 'ਚ ਤਬਦੀਲ ਹੋਵੇ ਤਾਂ ਕਿਤੇ ਨਾ ਕਿਤੇ ਹੈਰਾਨੀ ਵੀ ਹੁੰਦੀ ਹੈ। ਇੱਕ ਅੰਕੜੇ ਸਾਹਮਣੇ ਆਏ ਨੇ 785 ਇਹ ਅੰਕੜੇ ਨੇ ਪਿਛਲੇ 5 ਸਾਲ ਦੇ ਵਿੱਚ, ਜਦੋਂ ਪਤਨੀ ਦੁਆਰਾ ਆਪਣੇ ਪਤੀ ਦਾ ਕਤਲ ਕੀਤਾ ਗਿਆ। NCBR ਕਹਿੰਦਾ ਕਿ ਹਰ ਸਾਲ 275 ਦੇ ਕਰੀਬ ਇਹੋ ਜਿਹੇ ਮਾਮਲੇ ਸਾਹਮਣੇ ਆ ਰਹੇ ਨੇ। ਇਸ ਪਿੱਛੇ ਵੱਡਾ ਕਾਰਨ ਕੀ ਹੈ? ਹਰਪ੍ਰੀਤ ਬਰਾੜ ਨੇ, ਬਿਜ਼ਨਸਮੈਨ ਨੇ, ਸਾਡੇ ਨਾਲ ਮੌਜੂਦ ਨੇ। ਬਰਾੜ ਸਾਹਿਬ, ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਦੌਰ ਬਦਲਿਆ। ਅੱਗੇ ਅਸੀਂ ਦੇਖਦੇ ਸੀ ਇੱਕ ਦਾਜ ਦੀ ਖਾਤਰ ਕੁੜੀ ਖੁਦਕੁਸ਼ੀ ਕਰ ਲੈਂਦੇ ਸੀ, ਪਰ ਸਮੇਂ ਦੇ ਹਿਸਾਬ ਦੇ ਨਾਲ ਇੱਕ ਅੰਕੜਾ ਸਾਹਮਣੇ ਆਇਆ ਕਿ 785 ਪਿਛਲੇ 5 ਸਾਲਾਂ 'ਚ ਇਹੋ ਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ ਵਿੱਚ ਪਤਨੀ ਨੇ ਆਪਣੇ ਪਤੀ ਦਾ ਕਤਲ ਕਰਵਾਇਆ ਹੋਇਆ ਹੈ। ਲੱਗਦਾ ਕਿ ਤੁਹਾਨੂੰ ਇਹ ਮਾਮਲੇ ਦੇਖ ਕੇ ਕਿਉਂ ਇਹ ਮਾਮਲੇ ਸਾਹਮਣੇ ਆਉਂਦੇ ਨੇ, ਕੀ ਕਾਰਨ ਹੋ ਸਕਦੇ ਨੇ ਇਹਦੇ? ਮੈਨੂੰ ਇਹ ਲੱਗਦਾ ਜੀ ਕਿ ਇਹਦੇ ਪਿੱਛੇ ਨਾ ਜੀ, ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਇਹ ਸੋਚਦੇ ਹਾਂ ਕਿ ਲੇਡੀ ਨੇ ਮਰਡਰ ਕਰਾ ਦਿੱਤਾ ਜੀ ਤਾਂ ਕਰਕੇ ਇਹ ਹੋ ਗਿਆ। ਚਲੋ ਹੁਣ ਸੋਸ਼ਲ ਮੀਡੀਆ ਕਰਕੇ ਸ਼ਾਇਦ ਆਪਾਂ ਨੂੰ ਜ਼ਿਆਦਾ ਅਵੇਅਰਨੈਸ ਹੋ ਚਲੀ ਹੈ, ਅਤੇ ਸ਼ਾਇਦ ਪਹਿਲਾਂ ਵੀ ਚੱਲਦਾ ਹੋਵੇ ਇਹ ਚੀਜ਼ਾਂ ਜਿਹੜੀਆਂ ਕਿ ਆਪਾਂ ਨੂੰ ਨਹੀਂ ਪਤਾ ਹੋਣਗੀਆਂ ਐਟ ਦੈਟ ਪੁਆਇੰਟ। ਆਪਾਂ ਜਦੋਂ ਇਹ ਸੋਚਦੇ ਹਾਂ ਵੀ ਇੱਕ ਲੇਡੀ ਨੇ ਮਰਡਰ ਕਰਾ ਦਿੱਤਾ, ਅਤੇ ਮੈਨੂੰ ਲੱਗਦਾ ਕਿ ਉਹ ਰਾਦਰ ਦੈਨ ਕੌਨਸਨਟਰੇਟਿੰਗ ਔਨ ਦੈਟ ਕਿ ਉਹਨੇ ਮਰਡਰ ਕਰਾ ਦਿੱਤਾ, ਵੀ ਸ਼ੁੱਡ ਕੌਨਸਨਟਰੇਟ ਔਨ ਦੈਟ ਕਿ ਉਹਦੀ ਸਾਈਕੀ ਕੀ ਸੀ, ਉਹਦੇ ਪਿੱਛੇ ਉਹਦੀ ਬੈਕਗਰਾਊਂਡ, ਉਹ ਕਿੱਥੋਂ ਸ਼ੁਰੂ ਹੋਈ ਉਹ ਸਾਰੀਆਂ ਚੀਜ਼ਾਂ ਦੇ ਲਈ, ਹੈ ਨਾ। ਉਹਦੇ 'ਚ ਸ਼ਾਇਦ ਪੇਰੈਂਟਸ ਦਾ ਵੀ ਹੱਥ ਹੋ ਸਕਦਾ ਆ, ਸ਼ਾਇਦ ਉਹਦੇ ਵਿੱਚ ਕੋਈ ਹੋਰ ਉਹਦਾ ਕੋਈ ਐਸਾ ਹਾਰਟ ਬ੍ਰੇਕ ਦਾ ਵੀ ਹੱਥ ਹੋ ਸਕਦਾ, ਕਿਸੇ ਵੀ ਚੀਜ਼ ਦਾ ਹੱਥ ਹੋ ਸਕਦਾ ਕਿ ਮੁੰਡੇ ਨੇ ਇਹੋ ਜਿਹਾ ਡਿਚ ਕੀਤਾ ਹੋਵੇ ਕਦੇ ਕਿਸੇ ਟਾਈਮ 'ਤੇ, ਮਤਲਬ ਕਿ ਐਨੀ ਰੀਜ਼ਨ। ਪਰ ਮਾਨਸਿਕਤਾ ਦੀ ਗੱਲ ਕੀਤੀ ਜਾਵੇ ਵੀ ਇੰਨੀ ਮਾਨਸਿਕਤਾ ਬੰਦੇ ਦੀ ਖਰਾਬ ਹੋ ਜਾਣੀ, ਕਿਉਂਕਿ ਮੇਰਠ ਦਾ ਮਾਮਲਾ ਦੇਖ ਲਓ, ਇੰਦੌਰ ਦਾ ਮਾਮਲਾ ਦੇਖ ਲਓ, ਜਿਸ ਤਰ੍ਹਾਂ ਉਸਨੇ ਆਪਣੇ ਪਤੀ ਨੂੰ ਕੱਟ ਵੱਢ ਕੇ ਸੀਮੈਂਟ ਦੇ ਟੁਕੜਿਆਂ ਵਿੱਚ ਇੱਕ ਸੀਲ ਕਰਤਾ ਡੱਬੇ ਵਿੱਚ। ਔਰ ਇੱਕ ਹਨੀਮੂਨ ਦਾ ਕੇਸ ਸੀ, ਨਵ ਵਿਆਹਿਆ ਜਾਂਦਾ ਜੋੜਾ ਤੇ ਉੱਥੇ ਹੀ ਧੱਕਾ ਮਾਰ ਕੇ ਉਹਨੂੰ ਮਾਰ ਦਿੱਤਾ ਜਾਂਦਾ ਹੈ। ਵੀ ਇੱਥੋਂ ਤੱਕ ਮਾਨਸਿਕਤਾ ਵੀ ਲੋਕਾਂ ਦੀ ਚਲੇ ਜਾਂਦੀ ਹੈ। ਇਹ ਤਾਂ ਸੱਚੀ ਹੈਰਾਨ ਕਰਨ ਵਾਲੀ ਗੱਲ ਹੈ। ਦੇਖੋ ਮਤਲਬ ਲਾਈਕ ਤੁਸੀਂ ਕਿਸੇ ਨੂੰ ਚਪੇੜ ਵੀ ਮਾਰਦੇ ਹੋ ਨਾ, ਤਾਂ ਤੁਹਾਨੂੰ ਉਹ ਰਹਿੰਦਾ ਇੱਕ ਬੈਕ ਆਫ ਯੋਰ ਮਾਈਂਡ, ਤੁਹਾਡੀ ਕੌਨਸ਼ੀਅਸ ਤੁਹਾਨੂੰ ਕਹਿੰਦੀ ਹੈ ਕਿ ਇਹ ਠੀਕ ਨਹੀਂ ਹੋਇਆ। ਅਤੇ ਵੀ ਮਰਡਰ ਕਰਨਾ, ਉਹ ਮੈਨੂੰ ਨਹੀਂ ਪਤਾ ਵੀ ਉਹ ਕਿਸ ਮਾਈਂਡ ਸੈਟ ਦੇ ਉਹ ਲੋਕ ਹੁੰਦੇ ਆ। ਜੇ ਤੁਸੀਂ ਮੈਨੂੰ ਕਹੋ ਤਾਂ ਮੇਰੇ ਲਈ ਇਹ ਅੰਡਰਸਟੈਂਡ ਕਰਨੀ ਬਹੁਤ ਔਖੀ ਆ ਗੱਲ, ਮੈਂ ਤੁਹਾਨੂੰ ਸੱਚੀ ਦੱਸਾਂ। ਬਟ ਮੈਨੂੰ ਇਹ ਲੱਗਦਾ ਵੀ ਜਿਹੜੀਆਂ ਚੀਜ਼ਾਂ ਆ ਰਹੀਆਂ ਅੱਜ ਕੱਲ੍ਹ ਸਾਹਮਣੇ, ਸਪੋਜ਼ਿੰਗ ਐਕਸਟਰਾ ਮੈਰਿਟਲ ਅਫੇਅਰਸ ਹੈ ਜਾਂ ਕੁਝ ਕਹਿ ਲਓ, ਪਹਿਲਾਂ ਬੰਦੇ ਕਰਦੇ ਰਹਿੰਦੇ ਸੀ, ਠੀਕ ਹੈ। ਸੋ ਲੇਡੀਜ਼ ਵਰ ਅਵੇਅਰ ਕਿ ਜੀ ਇਹਦਾ ਹਸਬੈਂਡ ਐ ਕਰ ਰਿਹਾ ਜਾਂ
ਦੇ ਵਿਚ ਚੀਟਿੰਗ ਆਲ ਦ ਟਾਈਮ ਮੋਸਟਲੀ ਚੱਲ ਰਿਹਾ ਸੀਗਾ ਇਹ। ਕੁਝ ਪਰਸੈਂਟੇਜ ਹੁੰਦੀ ਸੀ ਜਿਹੜੀ ਬੰਦਿਆਂ ਦੀ ਠੀਕ ਹੁੰਦੀ ਸੀ, ਬਟ ਮੋਸਟਲੀ ਇਹ ਹੁੰਦਾ ਸੀ। ਐਂਡ ਪ੍ਰਾਊਡਲੀ ਦੇ ਯੂਜ਼ ਟੂ ਸੇ ਕਿ ਜੀ ਸਾਡਾ ਇਸ ਤਰ੍ਹਾਂ ਇੱਦਾਂ ਆ। ਬੰਦੇ ਆਪਸ ਡਿਸਕਸ ਕਰਦੇ ਸੀਗੇ, which ladies never they used to, but now I think ladies are also, married ladies are also discussing all these things between each other. But now thing is ਕਿ ਮੈਨੂੰ ਲੱਗਦਾ ਕਿ ਪਹਿਲਾਂ ਤਾਂ ਘਰੋਂ ਹੀ ਜਦੋਂ ਤੁਸੀਂ ਛੋਟੇ when you're growing up, since with social media awareness is so much ਕਿ ਪੇਰੈਂਟਸ ਨੂੰ ਵੀ ਪਤਾ ਆ ਵੀ ਬੱਚੇ ਸਾਰਾ ਕੁਝ ਦੇਖ ਰਹੇ ਆ, ਕਿਉਂਕਿ ਸਹੀ ਚੀਜ਼ਾਂ ਵੀ ਆ ਰਹੀਆਂ ਸੋਸ਼ਲ ਮੀਡੀਆ 'ਤੇ, ਗਲਤ ਚੀਜ਼ਾਂ ਵੀ ਆ ਰਹੀਆਂ, ਐਂਡ ਐਵਰੀਬਡੀ ਇਜ਼ ਵਾਚਿੰਗ ਐਵਰੀਥਿੰਗ। ਠੀਕ ਹੈ ਨਾ ਜੀ। ਜੇ ਆਪਾਂ ਇਹ ਦੇਖ ਰਹੇ ਹਾਂ ਕਿ ਜੀ ਕੋਈ ਸਿਮਰਨ ਕਰ ਰਿਹਾ ਜਾਂ ਕੁਛ ਹੋਰ ਕਰ ਰਿਹਾ, ਪਰ ਦੂਜੇ ਪਾਸੇ ਕਈ ਵਾਰੀ ਕੀ ਹੁੰਦਾ ਕਿ ਆਪਾਂ ਪਾਠ ਲਾਇਆ ਹੁੰਦਾ, ਜੇ ਤੁਸੀਂ YouTube ਨੂੰ ਨਾ ਬਾਏ ਕਰੋ ਤੇ ਵਿੱਚ ਇਹੋ ਜਿਹੀਆਂ ਉਹ ਚੱਲਣ ਲੱਗ ਜਾਂਦੀਆਂ ਕਿ ਕਈ ਵਾਰੀ ਤੁਸੀਂ ਉਹਨੂੰ ਫਟਾਫਟ ਸਕਿਪ ਕਰ ਦਿਓ ਵੀ ਕੋਈ ਹੋਰ ਨਾ ਸੁਣੇ, ਬਿਕਾਜ਼ ਦੋਜ਼ ਕਾਈਂਡ ਆਫ ਥਿੰਗਸ ਦੇ ਕਮ। ਐਂਡ ਸਾਰਾ ਦਿਨ ਆਈ ਹੈਵ ਸੀਨ not my age group, ਮੇਰੇ ਤੋਂ younger than me, elder than me, even our parents age, ਉਹ ਸਾਰਾ ਦਿਨ ਸਾਰੇ ਰੀਲਾਂ ਸਕਰੋਲ ਕਰੀ ਜਾਂਦੇ ਆ। everybody is doing that, so on reels they are watching, ਠੀਕ ਹੈ ਕਿ ਨਹੀਂ। ਸੋ ਮੈਨੂੰ ਲੱਗਦਾ ਕਿ ਉੱਥੇ ਪੇਰੈਂਟਸ ਦਾ ਸਭ ਤੋਂ ਪਹਿਲਾਂ ਤਾਂ ਛੋਟੇ ਹੋਣ ਤੋਂ, ਅੱਜ ਤੋਂ ਹੁਣ ਤੋਂ ਜੋ ਮੈਨੂੰ ਸੋਚਣਾ ਚਾਹੀਦਾ ਕਿ ਪੇਰੈਂਟਸ ਨੂੰ ਸਭ ਤੋਂ ਪਹਿਲਾਂ ਤਾਂ ਦੱਸਣਾ ਚਾਹੀਦਾ ਕਿ ਬਿਠਾ ਕੇ ਗੱਲਾਂ ਕਰਨੀਆਂ ਚਾਹੀਦੀਆਂ। I think which is lacking now, because ਬੱਚੇ too much into these ਜਾਂ ਫੋਨਾਂ 'ਤੇ ਲੱਗੇ ਰਹਿੰਦੇ, ਲੈਪਟਾਪ। ਜਿੰਨੇ ਆਪਾਂ ਬੱਚੇ ਨਾਲ ਫਰੈਂਕ ਹੋਵਾਂਗੇ ਮੇਰੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਇਟਸ ਵੈਰੀ ਵੈਰੀ ਇੰਪੋਰਟੈਂਟ, ਬਿਕਾਜ਼ ਮੈਨੂੰ ਮਤਲਬ ਜੇ ਤੁਹਾਡਾ ਬੱਚਾ ਤੁਹਾਡੇ ਨਾਲ ਸਾਰੀ ਗੱਲ ਕਰਦਾ ਨਾ, ਯੂ ਮੇ ਲਾਈਕ ਇਟ ਔਰ ਯੂ ਮੇ ਨੋਟ, ਇਹ ਇਸ਼ੂ ਨਹੀਂ ਹੋਣਾ ਚਾਹੀਦਾ। ਸੁਣੋ ਉਹ ਕੀ ਕਹਿ ਰਿਹਾ ਆ, ਠੀਕ ਹੈ। ਐਜ਼ ਅ ਪੇਰੈਂਟ ਸ਼ਾਇਦ ਬਹੁਤ ਵਾਰੀ ਚੀਜ਼ਾਂ ਹੁੰਦੀਆਂ ਕਿ ਤੁਹਾਨੂੰ ਉਹ ਨਹੀਂ ਚੰਗੀਆਂ ਲੱਗ ਰਹੀਆਂ ਹੁੰਦੀਆਂ ਸੁਣਨੀਆਂ ਉਹਨਾਂ ਦੇ ਜ਼ੁਬਾਨ, ਬਟ ਯੂ ਸ਼ੁੱਡ ਅੰਡਰਸਟੈਂਡ ਦੈਟਸ ਦੇਅਰ ਏਜ, ਤੁਸੀਂ ਵੀ ਉਸ ਏਜ ਤੋਂ ਨਿਕਲੇ ਹੋ, ਠੀਕ ਹੈ ਕਿ ਨਹੀਂ। ਔਰ ਉਸ ਟਾਈਮ 'ਤੇ ਹਾਰਮੋਨਸ ਕਿਸ ਤਰ੍ਹਾਂ ਦੇ ਆ, ਹੁਣ ਤੁਹਾਡੇ ਹਾਰਮੋਨਸ ਕਿਵੇਂ ਦਾ, ਸੋ ਤੁਸੀਂ ਆਪਣੇ ਜੋ ਤੁਹਾਡੇ ਹੁਣ ਇਸ ਏਜ 'ਤੇ ਹੈਗੇ, ਯੂ ਕਾਂਟ ਸੇ ਕਿ ਅਸੀਂ ਵੀ ਗੋਨ ਥਰੂ, ਸਾਡੇ ਪੇਰੈਂਟਸ ਨਹੀਂ ਸੀ ਇਹ ਸਮਝਦੇ, ਬਟ ਮੈਨੂੰ ਲੱਗਦਾ ਵੀ ਹੈਵ ਚੇਂਜਡ ਅਕੋਰਡਿੰਗਲੀ। ਮੈਨੂੰ ਲੱਗਦਾ ਉਹਦੇ 'ਚ one should not think ਕਿ ਮਿਡਲ ਕਲਾਸ ਹੈ, ਲੋਅਰ ਮਿਡਲ ਕਲਾਸ ਹੈ, ਅਪਰ ਮਿਡਲ ਕਲਾਸ ਹੈ। ਇਹ ਸਭ ਨੂੰ ਹੀ ਹੁਣ ਸੋਚਣਾ ਪੈਣਾ ਇਕੱਠੇ ਹੋ ਕੇ। ਸਭ ਤੋਂ ਪਹਿਲਾਂ ਕਹਿੰਦੇ ਹੁੰਦੇ ਆ ਨਾ ਵੀ ਪਰਵਰਿਸ਼ ਜਾਂ ਪੜ੍ਹਾਈ ਤੱਕ ਪਹਿਲਾਂ ਘਰੋਂ ਹੀ ਸ਼ੁਰੂ ਹੁੰਦੀ ਹੈ, ਅਤੇ ਫਿਰ ਤਾਂ ਸਕੂਲ 'ਚ ਜੋ ਵੀ ਤੁਸੀਂ ਸਿੱਖਦੇ ਹੋ ਉਹ ਤਾਂ ABC ਸਿਖਾਉਂਦੇ ਆ ਨਾ, ਬਾਕੀ ਬੇਸਿਕਸ ਤਾਂ ਤੁਹਾਡੀਆਂ ਘਰ 'ਚੋਂ ਹੀ ਹੁੰਦੀਆਂ। ਸੋ ਜੇ ਤੁਹਾਡੀ ਇੱਕ ਮਦਰ ਹੋਏ ਜਾਂ ਫਾਦਰ ਹੋਏ ਜਿਹਦੇ ਨਾਲ ਵੀ ਵੇਅਰ ਜਾਂ ਤੁਹਾਡੇ ਦੋਨਾਂ ਨਾਲ ਤੁਹਾਡੀ ਇਕੁਏਸ਼ਨ ਅੱਛੀ ਹੈਗੀ, ਸੋ ਤੁਸੀਂ ਬੈਠ ਕੇ ਗੱਲ ਕਰੋ। ਐਂਡ ਪੇਰੈਂਟਸ ਨੂੰ ਵੀ ਸੁਣਨਾ ਚਾਹੀਦਾ, ਐਂਡ ਯੂ ਸ਼ੁੱਡ ਗਾਈਡ ਦੈਮ, ਨੋਟ ਇਨ ਅ ਵੇ ਕਿ ਉਹ ਤੂੰ ਕਿਉਂ ਕਰਤਾ ਇੱਦਾਂ ਜਾਂ ਕਿੱਦਾਂ ਹੋਇਆ ਹੈ ਨਾ, ਤੂੰ ਕੀ ਹੈ। ਫਿਰ ਉਹ ਜੇ ਉਹ ਤੁਹਾਡੇ ਬੱਚਾ ਤੁਹਾਡੇ 'ਚ ਇੱਕ ਕੌਨਫੀਡੈਂਸ ਬਿਲਡ ਕਰ ਜਾਂਦਾ ਆ ਤੁਹਾਡੇ ਨਾਲ ਆ ਕੇ, ਫਿਰ ਉਹਦਾ ਕੀ ਹੁੰਦਾ ਆ ਕਿ ਉਹ ਹਰ ਗੱਲ ਤੁਹਾਨੂੰ ਦੱਸਦਾ, ਠੀਕ ਹੈ। ਫਿਰ ਬੀਇੰਗ ਅ ਪੇਰੈਂਟ ਯੂ ਆਰ ਏਬਲ ਟੂ ਮੇਕ ਦੈਮ ਅੰਡਰਸਟੈਂਡ ਕਿ ਦਿਸ ਇਜ਼ ਰਾਈਟ, ਦਿਸ ਇਜ਼ ਰੋਂਗ। ਉੱਥੇ ਬੱਚੇ ਨਾਲ ਤੁਹਾਨੂੰ ਇਸ ਤਰ੍ਹਾਂ ਦੀ ਸਾਈਕੀ ਵੀ ਕਰਨੀ ਪੈਂਦੀ ਹੈ ਕਿ ਸ਼ਾਇਦ ਕਦੇ ਡਾਂਟਣਾ ਵੀ ਪੈਂਦਾ, ਹੈਵ ਟੂ ਸਕੋਲ ਦੈਮ ਸਮਟਾਈਮਸ ਇਟ ਸ਼ੁੱਡ ਬੀ ਕਿ ਪਿਆਰ ਹੈ ਇਹ ਉਹ, ਉੱਦਾਂ ਜੱਫੀ ਪਾ ਕੇ ਵੀ ਤੁਹਾਨੂੰ ਕਹਿਣਾ ਬੱਚੇ ਨਹੀਂ ਠੀਕ ਹੈਗਾ, ਠੀਕ ਹੈ ਕਿ ਨਹੀਂ। ਇਹ ਮੋਸਟਲੀ ਇਸ਼ੂਜ਼ ਆਉਂਦੇ ਆ ਬ੍ਰੋਕਨ ਹਾਊਸਿਸ ਦੇ ਵਿੱਚ, ਠੀਕ ਹੈ ਕਿ ਨਹੀਂ, ਜਾਂ ਕਿਤੇ ਹੋਰ, ਜਾਂ ਫਾਦਰ ਦੇ ਇਲ ਟਰੀਟ ਹੋ ਰਹੀ ਹੈ, ਮਦਰ ਤੁਹਾਡੇ ਸਾਹਮਣੇ ਕੁਛ ਹੋ ਰਹੀ ਹੈ, ਠੀਕ ਹੈ। ਬੱਚਾ ਵਾਚ ਕਰੀ ਜਾ ਰਿਹਾ ਛੋਟੇ ਹੋਣ ਤੋਂ ਲੈ ਕੇ ਵੱਡੇ ਤੱਕ, ਵੀ ਜੋ ਵੀ ਹੈਗਾ ਉਹਦੀ ਅੰਦਰ ਸਾਈਕੀ ਇੱਕ ਬਿਲਟ ਹੋਈ ਜਾ ਰਹੀ ਹੈ ਤੁਹਾਡੀ, ਜਿਹੜੀ ਕਿ ਮੈਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਇਹ ਤਾਂ ਜਦੋਂ ਤੁਸੀਂ ਮਾਂ ਬਾਪ ਬਣ ਜਾਂਦੇ ਹੋ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਵੀ ਜੀ ਬੱਚਾ ਹੋ ਗਿਆ, ਪਹਿਲਾਂ ਤਾਂ ਮੈਨੂੰ ਲੱਗਦਾ ਹਸਬੈਂਡ ਵਾਈਫ ਨੂੰ ਆਪਸ 'ਚ ਹੀ ਟਰੀਟਮੈਂਟ ਕਰਾਉਣੇ ਚਾਹੀਦੇ ਆ, ਠੀਕ ਹੈ ਕਿ ਨਹੀਂ, ਕਿਉਂਕਿ ਈਗੋ ਅੱਜ ਕੱਲ੍ਹ ਇੰਨੀ ਜ਼ਿਆਦਾ ਵਧੀ ਹੋਈ ਹੈ। ਵੈਨ ਵੀ ਵਰ ਗਰੋਇੰਗ ਅਪ, ਸਾਡੇ ਗ੍ਰੈਂਡ ਪੇਰੈਂਟਸ ਜੀ ਕੁੜੀਆਂ ਐ ਨਹੀਂ ਕਰਦੀਆਂ, ਚੰਗੇ ਘਰਾਂ ਦੀਆਂ ਕੁੜੀਆਂ ਐ ਨਹੀਂ ਕਰਦੀਆਂ, ਜਾਂ ਐ ਨਹੀਂ ਕਰਦੀਆਂ, ਜਾਂ ਐ ਹੁੰਦਾ ਉਹ ਹੁੰਦਾ। ਸੋ ਉਹਦੇ ਕਰਕੇ ਸ਼ਾਇਦ ਅਸੀਂ ਕਿਤੇ ਬਹੁਤ ਜ਼ਿਆਦਾ ਥੱਲੇ ਨੂੰ ਲੱਗਣਾ ਵੀ ਸ਼ੁਰੂ ਹੋ ਗਏ। ਪ੍ਰੋਬੇਬਲੀ ਮੈਨੂੰ ਅੱਜ ਦੀ ਤਰੀਕ 'ਚ ਲੱਗਦਾ ਕਿ ਉਹ ਅੱਛੀ ਗੱਲ ਵੀ ਨਹੀਂ ਹੈਗੀ, ਪਰ ਔਨ ਦੀ ਅਦਰ ਹੈਂਡ ਅਸੀਂ ਅੱਜ ਕੱਲ੍ਹ ਜਿੱਦਾਂ ਬੱਚੇ ਪਾਲ ਰਹੇ ਅਸੀਂ ਜ਼ਿਆਦਾ ਹੀ ਉਹ ਕਰਤੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਫੁੱਲ ਸਟਾਪ ਕਿੱਥੇ ਲਗਾਉਣਾ ਆ। ਸੋ ਮੇਰੇ ਹਿਸਾਬ ਦੇ ਨਾਲ ਮੈਨੂੰ ਇਹ ਲੱਗਦਾ ਕਿ ਸਭ ਤੋਂ ਪਹਿਲਾਂ ਤਾਂ
ਬੈਕਗਰਾਉਂਡ ਚੈੱਕ ਹੋਣੀ ਚਾਹੀਦੀ ਆ ਜੀ। ਜੇ ਤੁਸੀਂ ਕਹਿੰਦੇ ਹੋ 225 ਹੈ ਜਾਂ ਕੀ ਹੈ, ਜਿੰਨੇ ਵੀ ਕੇਸਿਸ ਯੂ ਆਰ ਸੇਇੰਗ, ਉਹਨਾਂ ਸਭ ਦੀਆਂ ਬੈਕਗਰਾਉਂਡਸ ਪਹਿਲਾਂ ਚੈੱਕ ਹੋਣੀਆਂ ਚਾਹੀਦੀਆਂ ਵੀ ਉਹਦਾ ਰੂਟ ਕਾਜ਼ ਕੀ ਹੈ। ਜਦ ਤੱਕ ਆਪਾਂ ਉਸ ਬੈਕਗਰਾਉਂਡ ਨੂੰ ਨਹੀਂ ਸਮਝਾਂਗੇ ਆਪਾਂ ਅੱਗੇ ਨਹੀਂ ਚੱਲ ਸਕਦੇ ਹੈਗੇ। ਅਫੇਅਰ ਚਲਾਉਣੇ, ਕੁਛ ਕਰਨਾ ਅੱਜ ਕੱਲ੍ਹ ਬੜੀ ਸਭ ਨੂੰ ਇਹ ਬੜਾ ਇਨ ਥਿੰਗ ਲੱਗਦੀ ਹੈ, ਸਮਝਦੇ ਤੁਸੀਂ ਕਿ ਜੀ ਇਹ ਤਾਂ ਉਹ ਈਵਨ ਮੈਰਿਡ ਲੇਡੀਜ਼, ਬੱਚਿਆਂ ਦੀ ਤਾਂ ਚਲੋ ਬੱਚੇ ਰਾਦਰ ਨੋਰਮਲ ਹੋ ਗਏ, ਪਰ ਮੈਰਿਡ ਕਪਲਸ ਦੇ ਵਿੱਚ ਇਹ ਜ਼ਿਆਦਾ ਹੋ ਗਿਆ, ਜਾਂ ਪਤਾ ਨਹੀਂ ਇਧਰ ਤੋਂ ਐਕਸਾਈਟਮੈਂਟ ਖਤਮ ਹੋ ਜਾਂਦੀ ਆਫਟਰ ਫਿਊ ਇਅਰਸ। NCBR ਦੀ ਵੀ ਰਿਪੋਰਟ ਸੀ ਕਿ ਜਿੰਨੀ ਵੀ ਹੱਤਿਆਵਾਂ ਹੋ ਰਹੀਆਂ ਪੂਰੇ ਭਾਰਤ ਦੇ ਵਿੱਚ, ਤੀਜਾ ਮੁੱਖ ਕਾਰਨ ਇਹੀ ਹੈ, ਐਕਸਟਰਾ ਮੈਰਿਟਲ ਅਫੇਅਰ। ਉੱਥੇ ਇਸ ਤਰ੍ਹਾਂ ਵੀ ਹੁੰਦਾ ਜੀ, ਦੇਖੋ ਉਹਦੇ 'ਚ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਆ। ਕਈ ਵਾਰੀ ਹਸਬੈਂਡ ਇਜ਼ ਟੂ ਆਕਿਊਪਾਈਡ ਵਿਦ ਹਿਜ਼ ਵਰਕ, ਠੀਕ ਹੈ ਕਿ ਨਹੀਂ, ਔਰ ਹੀ ਇਜ਼ ਬਿਜ਼ੀ ਵਿਦ ਹਿਜ਼ ਥਿੰਕ, ਯੂ ਨੋ, ਉਹ ਕੰਮ ਵੀ ਕਰ ਰਿਹਾ ਜਾਂ ਬਾਹਰ ਵੀ ਹੈਗਾ ਉਹਦਾ ਸਿਸਟਮ ਸੈੱਟ, ਠੀਕ ਹੈ, ਵਾਈਫ ਨੂੰ ਟਾਈਮ ਨਹੀਂ ਦੇ ਰਿਹਾ। ਜਦੋਂ ਤੋਂ ਉਹਦੀ ਏਜ ਇਹੋ ਜਿਹੀ ਹੁੰਦੀ ਹੈ ਵਾਈਫ ਦੀ, ਠੀਕ ਹੈ ਕਿ ਨਹੀਂ, ਉਹ ਕਹਿੰਦੀ ਤੂੰ ਕੀਤਾ ਮੈਂ ਵੀ ਕਰਦਾ, ਠੀਕ ਹੈ। ਕਈ ਵਾਰੀ ਇਹ ਕਾਜ਼ ਹੁੰਦਾ ਆ। ਕਈ ਲੇਡੀਜ਼ ਚੁੱਪ ਕਰ ਜਾਂਦੀਆਂ ਵੀ ਜੀ ਬੱਚੇ ਆ, ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨੀਆਂ ਹੈਗੀਆਂ। ਬਟ ਕਈ ਥਾਵਾਂ 'ਤੇ ਇਸ ਤਰ੍ਹਾਂ ਹੁੰਦਾ ਕਿ ਉਹ ਇਕੱਲੀ ਹੀ ਰਹਿ ਜਾਂਦੀ ਹੈ, ਯੂ ਨੋ। ਇੱਕ ਟਾਈਮ ਹੁੰਦਾ ਕਿ ਨਵਾਂ ਵਿਆਹ ਹੁੰਦਾ, ਤੁਹਾਡੀ ਬੜੀ ਅਟਰੈਕਸ਼ਨ ਹੁੰਦੀ ਹੈ, ਯੂ ਕੁੱਕ, ਯੂ ਡੂ ਸੋ ਮੈਨੀ ਥਿੰਗਸ, ਫਿਰ ਬੱਚੇ ਹੋ ਜਾਂਦੇ ਆ, ਯੂ ਆਰ ਸੋ ਬਿਜ਼ੀ ਵਿਦ ਚਿਲਡਰਨ, ਯੂ ਨੋ, ਟਿਲ ਦ ਟਾਈਮ ਦੇ ਆਰ ਇਨ ਸਕੂਲ। ਤਾਂ ਕਦੇ ਟਿਊਸ਼ਨਾਂ 'ਤੇ ਜਾ ਰਹੇ ਹੋ, ਕਦੇ ਤੁਸੀਂ ਉਹਨਾਂ ਨੂੰ ਸਕੂਲ ਛੱਡਣ ਜਾ ਰਹੇ ਹੋ, ਮਤਲਬ ਸੋ ਮੈਨੀ ਐਕਟੀਵਿਟੀਜ਼ ਆਰ ਹੈਪਨਿੰਗ। ਮਤਲਬ ਲੇਡੀ 'ਤੇ ਇੱਕ ਬਹੁਤ ਪ੍ਰੈਸ਼ਰ ਹੁੰਦਾ ਜੀ, ਕਹਿਣ ਨੂੰ ਹਾਊਸ ਵਾਈਫ ਹੁੰਦੀ ਹੈ ਬਟ ਉਹ ਕੁਛ ਨਹੀਂ, ਉਹਦੇ 'ਚ ਕਿੰਨਾ ਕੁਛ ਆਉਂਦਾ। ਕੱਪੜੇ ਮੈਨੇਜ ਕਰ ਰਹੇ ਹੋ ਤੁਸੀਂ ਸਾਰਿਆਂ ਦੇ, ਠੀਕ ਹੈ ਕਿ ਨਹੀਂ, ਯੂਨੀਫਾਰਮ, ਬੈਗਸ ਦਾ ਦੇਖ ਰਹੇ ਹੋ, ਹਸਬੈਂਡ ਦੀਆਂ ਚੀਜ਼ਾਂ ਦੇਖ ਰਹੇ ਹੋ, ਇਫ ਹੀ ਇਜ਼ ਗੋਇੰਗ ਆਊਟ ਆਫ ਸਟੇਸ਼ਨ ਉਹਦੀ ਸਾਰਾ ਕੁਛ ਪੈਕ ਹੋ ਰਿਹਾ, ਸਵੇਰੇ ਸਭ ਤੋਂ ਡਿਨਰ ਤੋਂ ਲੈ ਕੇ ਬ੍ਰੇਕਫਾਸਟ ਤੋਂ ਲੈ ਕੇ ਡਿਨਰ ਤੱਕ ਯੂ ਆਰ ਅਰੇਂਜਿੰਗ ਐਵਰੀਥਿੰਗ। ਸਰਦੀਆਂ ਗਰਮੀਆਂ ਆ ਰਹੀਆਂ, ਤੁਹਾਡੇ ਕੱਪੜੇ, ਸ਼ੂਜ਼, ਯੂ ਨੋ, ਵੀ ਸੇ ਕਿ ਕੁਛ ਨਹੀਂ, ਬਟ ਲੇਡੀ ਹੈਜ਼ ਸੋ ਮਚ ਟੂ ਡੂ। ਸੋ ਜਦੋਂ ਉਹ ਟਾਈਮ ਓਵਰ ਹੋ ਜਾਂਦਾ, ਕਈ ਵਾਰੀ ਮੈਂ ਦੇਖਿਆ ਆ, ਤਾਂ ਉਹ 'ਚ ਵੀ ਹੁੰਦਾ ਆ ਕਿ ਉਹਨੂੰ ਐਂ ਲੱਗਦਾ ਹੈ ਮੈਂ ਤਾਂ ਆਲ ਆਫ ਅ ਸਡਨ ਕੁਛ ਰਹਿ ਹੀ ਨਹੀਂ ਗਿਆ ਹੈਗਾ। ਇਹ ਵੀ ਵੱਡਾ ਕਾਰਨ ਹੈ। ਹਾਂ, ਤਾਂ ਉਹ ਬਿਲਕੁਲ ਹੀ ਫਰੀ ਮਾਈਂਡ ਹੋ ਜਾਂਦਾ ਇੰਨੀ ਉਹਦੇ ਤੋਂ ਹੋਣ ਵਿੱਚ। ਇਹ ਸ਼ਾਇਦ ਮੈਂ ਤੁਹਾਨੂੰ ਆਪਣੇ ਤੋਂ ਵੀ ਐਗਜ਼ਾਮਪਲ ਦੇ ਸਕਦੀ ਹਾਂ, ਬਿਕੋਜ਼ ਹੁਣੀ 2-3 ਸਾਲ ਪਹਿਲਾਂ ਮੇਰੀ ਡਾਟਰ ਕਾਲਜ ਗਈ ਹੈ। ਟਿਲ ਦਾ ਟਾਈਮ she was till +2 she was here with me in Ludhiana. So I used to be so awkward because since I do business, ਤੇ ਮੇਰੇ ਲਈ ਤਾਂ ਸਮਾਂ ਕਿ ਓਵਰ ਐਗਜ਼ਰਸ਼ਨ ਹੋ ਜਾਂਦੀ ਸੀਗੀ ਵੀ ਬੱਚਾ ਵੀ ਦੇਖਣਾ, ਉਹ ਵੀ ਦੇਖਣਾ ਆ। ਐਂਡ ਬੱਚੇ they are demanding, you know, they want you around when they need you, they just want you. So ਜਦੋਂ ਹੁਣ ਉਹ ਗਈ ਹੈ ਤੇ ਬੜੀ ਦੇਰ ਮੈਂ ਸੱਚੀ ਤੁਹਾਨੂੰ ਦੱਸਾਂ ਮੈਂ ਮਤਲਬ ਐਂ ਲੱਗਦਾ ਸੀ ਕਿ ਯਾਰ ਉਹ ਜਿਹੜੇ ਇੰਨੇ ਬੱਚੇ ਆਉਂਦੇ ਸੀ ਜਾਂਦੇ ਸੀ, ਹੋ ਹੀ ਨਹੀਂ ਰਿਹਾ। ਬਟ ਮੈਨੂੰ ਕਿਤੇ ਨਾ ਕਿਤੇ ਬਚਾ ਗਿਆ, ਪ੍ਰੋਬੇਬਲੀ ਆਈ ਵਾਜ਼ ਟੂ ਆਕਿਊਪਾਈਡ ਵਿਦ ਮਾਈ ਬਿਜ਼ਨਸ, ਤੇ ਉਹ ਥੋੜ੍ਹਾ ਮੈਨੂੰ ਕਵਰ ਅਪ ਹੋ ਗਿਆ। ਬਟ ਲੋਨਲੀਨੈਸ ਬਹੁਤ ਵੱਡੀ ਚੀਜ਼ ਹੈ। ਹਾਂਜੀ, ਤੇ ਮੈਨੂੰ ਲੱਗਦਾ ਕਿ ਪੇਰੈਂਟਸ ਤੋਂ ਸਭ ਤੋਂ ਪਹਿਲਾਂ ਪੇਰੈਂਟਸ, ਦੈਨ ਹਸਬੈਂਡ ਵਾਈਫ ਦੀ ਅੰਡਰਸਟੈਂਡਿੰਗ। ਇੱਕ ਰੇਸ਼ੋ ਦੀ ਗੱਲ ਕੀਤੀ ਜਾਂਦੀ ਹੈ, ਜੇ ਆਪਾਂ ਇਹ ਵੀ ਅੰਕੜੇ ਚੈੱਕ ਕਰੀਏ ਕਿ ਜਿਹੜੇ ਡਿਵੋਰਸ ਵੱਧ ਹੋ ਰਹੇ ਨੇ, ਤੁਹਾਨੂੰ ਲੱਗਦਾ ਕਿ ਇਹ 'ਚ ਮੁੱਖ ਕਾਰਨ ਕੀ ਹੋ ਸਕਦੇ ਨੇ? ਕਿਉਂਕਿ ਕਈ ਵਾਰ ਦੇਖਿਆ ਸੀ 6 ਮਹੀਨੇ ਵਿਆਹ ਨੂੰ ਹੁੰਦੇ ਨੇ ਤੇ 6 ਮਹੀਨੇ ਬਾਅਦ ਹੀ ਡਿਵੋਰਸ ਹੋ ਜਾਂਦਾ ਹੈ। ਕਿ ਇਹ ਮਿਊਚੁਅਲ ਅੰਡਰਸਟੈਂਡਿੰਗ ਨਹੀਂ ਆਪਸ ਦੇ ਵਿੱਚ, ਕੋਈ ਉਹਨਾਂ ਦੀ ਕਿਸ ਤਰ੍ਹਾਂ, ਮਤਲਬ ਤੁਹਾਨੂੰ ਲੱਗਦਾ ਕਿ ਇਹ ਕੀ ਕਾਰਨ ਹੋ ਸਕਦੇ ਨੇ? ਇਹਦੇ 'ਚ ਨਾ ਜੀ, ਜੋ ਮੈਂ ਅੱਜ ਕੱਲ੍ਹ ਰੀਸੈਂਟਲੀ ਯੂ ਕੀਪ ਟਾਕਿੰਗ ਟੂ ਪੀਪਲ, ਯੂ ਨੋ, ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਹੋਏ ਆ ਨਵੇਂ ਜਾਂ ਕੁਛ, ਉਹਦੇ 'ਚ ਕਈ ਰੀਜ਼ਨਸ ਹੈਗੇ ਆ ਜੀ। ਕਿ ਇੱਕ ਰੀਜ਼ਨ ਹੈ ਕਿ ਮਦਰ ਬਹੁਤ ਇੰਟਰਫੇਅਰ ਕਰਦੀ ਹੈ ਨਾ। ਉਹ ਕਈ ਕਹਿੰਦੇ ਜੀ ਉਹ ਸਾਰਾ ਦਿਨ ਫੋਨ 'ਤੇ ਹੀ ਲੱਗੀ ਰਹਿੰਦੇ ਕਿ ਤੂੰ ਆਹ ਕਰ ਲਿਆ, ਨਹੀਂ ਕਰ ਲਿਆ। ਇੱਕ ਨਹੀਂ ਤਾਂ ਮੈਨੂੰ ਕਿਸੇ ਨੇ ਦੱਸਿਆ ਵੀ ਉਹਨੇ ਨਾ ਉਹਦੇ ਫੋਨ 'ਚ ਨਾ ਮਾਈਕ ਫਿੱਟ ਕਰਤਾ, ਤੇ ਉਹ ਲੜਕੀ ਕਿਤੇ ਗੱਲਾਂ ਕਰ ਰਹੀ, ਉਹਨੂੰ ਸਾਰਾ ਦਿਨ ਐਂ ਹੀ ਸਮਝਾਇਆ। ਉਹਨੇ ਹਰ ਵੇਲੇ ਉਹ ਟੈਂਟਰਮਸ ਹੀ ਥਰੋ ਕਰੀ ਜਾਣੇ, ਆਹ ਕੀ ਬਣਿਆ, ਮੈਂ ਤਾਂ ਖਾਊਂਗੀ ਨਹੀਂ, ਮੈਂ ਇਹ ਨਹੀਂ ਕਰੂੰਗੀ, ਉਹ ਨਹੀਂ ਕਰੂੰਗੀ। ਅਤੇ ਉਹਨੇ ਨਾ ਉਹਦੀ ਲੜਕੀ ਦੀ ਮਦਰ ਇਨ ਲਾਅ ਦੇ ਲਈ ਨਾਮ ਰੱਖਿਆ ਹੋਇਆ, ਈਵਨ ਆਪਣੇ ਸਨ ਇਨ ਲਾਅ ਲਈ ਵੀ ਨਾਮ ਰੱਖਿਆ ਹੋਇਆ ਸੀ। ਐਂਡ ਵੈਨ ਦੇ ਹਰਡ ਦਿਸ ਹੋਲ ਥਿੰਗ ਐਂਡ ਦੇ ਗੋਟ ਅ ਸ਼ੌਕ ਆਫ ਦੇਅਰ ਲਾਈਫ ਦੇ ਕਾਲਿੰਗ ਅਸ ਲਾਈਕ ਦੈਟ, ਯੂ ਨੋ। ਐਂਡ ਸੋ ਇੱਕ ਰੀਜ਼ਨ ਉਹ ਵੀ ਹੋ ਸਕਦਾ ਆ ਕਿ ਮਦਰ ਦੀ ਇੰਟਰਫੇਅਰੈਂਸ ਬਹੁਤ ਜ਼ਿਆਦਾ ਹੈਗੀ। ਐਂਡ ਸੈਕਿੰਡਲੀ ਮੈਨੂੰ ਲੱਗਦਾ ਈਗੋ ਐਂਡ ਪੇਸ਼ੈਂਸ ਬਹੁਤ ਘੱਟ ਗਈ ਆ। ਜੇ ਤਾਂ ਦੇਖੋ ਇਨ ਲਾਜ਼ ਬਹੁਤ ਹੁਣ ਮੈਂ ਦੇਖਿਆ, ਕਿਉਂਕਿ
ਸਾਡੀ ਏਜ ਇਹੋ ਜਿਹੀ ਹੋ ਗਈ, ਮੈਂ ਆਈ ਐਮ ਇਨ ਦੈਟ ਏਜ ਜਿੱਥੇ ਜਾਂ ਮੇਰੇ ਤੋਂ ਕੁਛ ਵੱਡੇ ਹੋ ਗਏ ਆ ਜਿਨ੍ਹਾਂ ਦੇ ਬੱਚੇ ਹੁਣ ਮੈਰਿਡ ਹੈ ਜਾਂ ਕੁਛ ਹੋ, ਮੈਂ ਅੱਜ ਕੱਲ੍ਹ ਦੇਖਿਆ ਕਿ ਬਹੁਤ ਜ਼ਿਆਦਾ ਮਦਰ ਇਨ ਲॉज ਅੰਡਰਸਟੈਂਡਿੰਗ ਹੈ, ਕਿਉਂਕਿ ਨਹੀਂ ਕੰਮ ਕਰ ਸਕਦੇ, ਠੀਕ ਹੈ, ਬਿਕਾਜ਼ ਵੈਨ ਵੀ ਗੋਟ ਮੈਰਿਡ ਸਾਨੂੰ ਕੁਛ, ਅਸੀਂ ਤਾਂ ਐਂ ਹੀ ਰੋ ਚਲੇ ਗਏ ਸੀ, ਅਤੇ ਉਹ 4 ਲਾਵਾਂ ਤੋਂ ਬਾਅਦ ਐਕਸਪੈਕਟ ਕਰਨ ਲੱਗ ਜਾਂਦੇ ਸੀ ਵੀ ਹੁਣ ਤਾਂ ਸਾਰਾ ਕੁਛ ਤੁਸੀਂ ਸੰਭੋ, ਐਂਡ ਵੇਅਰ ਯੂ ਡੋਂਟ ਨੋ ਐਨੀਥਿੰਗ, ਠੀਕ ਹੈ, ਬਟ ਨਾਓ ਐਵਰੀਬਡੀ ਅੰਡਰਸਟੈਂਡ ਜੀ ਇੱਦਾਂ ਆਇਆ, ਬੱਚਾ ਆਇਆ, ਇਹਨੂੰ ਹਾਲੇ ਟਾਈਮ ਲੱਗੇਗਾ ਸਭ ਕੁਛ ਕਰਨ ਲਈ, ਬਟ ਉਹ ਲੜਕੀਆਂ 'ਚ ਉਨੀ ਪੇਸ਼ੈਂਸ ਵੀ ਨਹੀਂ ਹੈਗੀ। ਲੱਗਦਾ ਨਹੀਂ ਕਿਤੇ ਨਾ ਕਿਤੇ ਆਮ ਤੌਰ 'ਤੇ ਵੀ ਗੱਲ ਹੁੰਦੀ ਹੈ ਨਾ, ਅਗਰ ਹਸਬੈਂਡ ਵਾਈਫ ਦੀ ਕਈ ਕਾਰਨ ਹੁੰਦੇ ਨੇ ਲੜਾਈ ਦੇ ਵੀ, ਇੱਕ ਜਣਾ ਚੁੱਪ ਕਰ ਜਾਵੇ, ਹੈ ਨਾ, ਇੱਕ 'ਚ ਪੇਸ਼ੈਂਸ ਚਾਹੀਦੇ ਨੇ, ਉਹ ਸਫ਼ਰ ਲੰਬਾ ਕੱਟਿਆ ਜਾਂਦਾ। ਦੇਖੋ ਪਤਾ ਕੀ ਹੁੰਦਾ ਆ ਜੀ, ਉਹ ਵੀ ਪੇਸ਼ੈਂਸ ਖਤਮ ਹੋ ਜਾਂਦੀ ਹੈ ਇੱਕ ਟਾਈਮ 'ਤੇ ਆ ਕੇ। ਜਿਹੜੇ ਤੁਹਾਡੇ ਵਰਡਸ ਹੈ ਨਾ, ਕਹਿੰਦੇ ਆਲਵੇਜ਼ ਚੂਜ਼ ਯੋਰ ਵਰਡਸ ਵੈਨ ਯੂ ਸਪੀਕ, ਜਿਹੜੇ ਤੁਹਾਡੇ ਵਰਡਸ ਹੈ ਨਾ ਉਹ ਤੁਹਾਨੂੰ ਨਾ ਖਤਮ ਵੀ ਕਰ ਦਿੰਦੇ ਆ, ਉਹੀ ਵਰਡਸ ਤੁਹਾਨੂੰ ਜ਼ਿੰਦਾ ਵੀ ਕਰ ਦਿੰਦੇ ਆ, ਠੀਕ ਹੈ ਨਾ ਜੀ। ਸੋ ਬਹੁਤ ਸਾਰੀਆਂ ਲੇਡੀਜ਼ ਹੈ, ਪ੍ਰੋਬੇਬਲੀ ਸ਼ਾਇਦ ਉਹਨਾਂ 'ਚੋਂ ਇੱਕ ਮੈਂ ਵੀ ਹੋਵਾਂ, ਜਿਹੜੀਆਂ ਜ਼ਿੰਦਾ ਆ ਪਰ ਅੰਦਰੋਂ ਖਤਮ ਹੈ, ਠੀਕ ਹੈ ਨਾ ਜੀ, ਬਟ ਰਿਸਪੋਂਸਿਬਿਲਿਟੀਜ਼ ਆਰ ਟੂ ਮੱਚ, ਜਿਹਦੇ ਕਰਕੇ ਤੁਸੀਂ ਉੱਦਾਂ ਜ਼ਿੰਦਾ ਹੋ, ਯੂ ਆਰ ਅਲਾਈਵ ਇਨ ਦਿਸ ਵਰਲਡ, ਬਟ ਸਮਹਾਉ ਤੁਸੀਂ ਨਹੀਂ ਹੋ। ਇਹਦੇ ਪਿੱਛੇ ਬਹੁਤ ਕੁਛ ਹੋਇਆ, ਮਤਲਬ ਅਲਟੀਮੇਟਲੀ ਕੀ ਹੁੰਦਾ ਕਿ ਤੁਹਾਨੂੰ ਰਿਵੋਲਟ ਕਰਨੀ ਪੈ ਜਾਂਦੀ ਹੈ ਸਿਚੁਏਸ਼ਨ, ਜਦੋਂ ਲੇਡੀ ਰਿਵੋਲਟ ਕਰਦੀ ਹੈ ਤਾਂ ਲੇਡੀ ਬੁਰੀ ਹੋ ਜਾਂਦੀ ਹੈ, ਬਿਕੋਜ਼ ਇਟਸ ਵੈਰੀ ਈਜ਼ੀ ਟੂ ਬਲੇਮ ਅ ਲੇਡੀ, ਠੀਕ ਹੈ ਕਿ ਨਹੀਂ। ਹਾਂ, ਹੁਣ ਅੱਜ ਆਪਾਂ ਕਹਿੰਦੇ ਹਾਂ ਕਿ ਲੇਡੀਜ਼ ਦੇ ਐਕਸਟਰਾ ਮੈਰਿਟਲ ਅਫੇਅਰ ਹੈ, ਠੀਕ ਹੈ, ਐਕਸਟਰਾ ਮੈਰਿਟਲ ਅਫੇਅਰ ਅੱਜ ਦੇ ਨਹੀਂ, ਸਾਲਾਂ ਤੋਂ ਹੀ ਚੱਲ ਰਹੇ ਆ, ਹੁਣ ਜ਼ਿਆਦਾ ਹੋਣ ਲੱਗ ਗਏ, ਅਤੇ ਹੁਣ ਉਹ ਸਕੀਮਾਂ ਵੀ ਜ਼ਿਆਦਾ ਦਿਖਣ ਲੱਗ ਗਈਆਂ, ਕਿਉਂਕਿ ਸੋਸ਼ਲ ਮੀਡੀਆ 'ਤੇ ਨੈਟਫਲਿਕਸ ਇਹ ਉਹ 'ਚ ਮੂਵੀਜ਼ ਇਸ ਤਰ੍ਹਾਂ ਦੀਆਂ ਆਉਂਦੀਆਂ ਆ, ਜਾਂ ਇੰਨਾ ਕੁਛ ਦਿਖਦਾ ਆ, ਅਤੇ ਉਹਨਾਂ ਨੂੰ ਲੱਗਦਾ ਵੀ ਉਹ ਇੱਦਾਂ ਕਰਾਂਗੇ, ਕੀ ਪਤਾ, ਬਿਲਕੁਲ ਆਈਡੀਆਜ਼। ਹਾਂ, ਬਿਕੋਜ਼ ਮੈਨੂੰ ਲੱਗਦਾ ਬਹੁਤ ਕਿਤੇ ਹੱਦ ਤੱਕ ਦੀਸ ਥਿੰਗਸ ਆਰ, ਇਹ ਜ਼ਿੰਮੇਵਾਰ ਹੈਗੀਆਂ ਇਹ ਚੀਜ਼ਾਂ। ਅੱਛਾ, ਹੁਣ ਜਿਹੜਾ ਤੁਸੀਂ ਰੀਸੈਂਟਲੀ ਦੇਖਿਆ ਜਿਹੜਾ ਨਿਹੰਗ ਸਿੰਘ ਹੋਣਾ ਨੇ ਉਹਨਾਂ ਦੀ ਲੜਕੀ ਦਾ ਕੀਤਾ, ਆਈ ਡੋਂਟ ਐਗਰੀ ਵਿਦ ਦੈਟ ਕਿ ਤੁਸੀਂ ਕਿਸੇ ਨੂੰ ਜਾਨੋਂ ਮਾਰ ਦਿਓ, ਬਟ ਔਨ ਦੀ ਅਦਰ ਹੈਂਡ ਇਫ ਯੂ ਆਸਕ ਮੀ, ਮੈਨੂੰ ਇਹ ਲੱਗਦਾ ਕਿ ਇੰਸਟਾਗ੍ਰਾਮ, ਫੇਸਬੁੱਕ ਜਾਂ 4 ਪੈਸੇ ਬਣਾਉਣ ਦੇ ਲਈ ਨਾ ਇਹ ਚੀਜ਼ਾਂ ਵੀ ਖਤਮ ਹੋਣੀਆਂ ਚਾਹੀਦੀਆਂ, ਬਿਕੋਜ਼ ਇਹਨਾਂ ਚੀਜ਼ਾਂ ਨੂੰ ਲੈ ਕੇ, ਇਹ ਚੀਜ਼ਾਂ ਇੰਨੀਆਂ ਕਾਮਨ ਹੋ ਚੁੱਕੀਆਂ ਕਿ ਬਿਟਵੀਨ ਅੱਛੇ ਤੇ ਮਾੜੇ ਦੇ ਵਿੱਚ ਜਿਹੜੀ ਉਹ ਇੱਕ ਗੈਪ ਹੁੰਦਾ ਆ, ਉਹ ਉਹ ਖਤਮ ਹੋ ਗਿਆ ਆ, ਚੰਗੇ ਮਾੜੇ ਦਾ ਜਾਂ ਕ੍ਰਾਈਮ ਦਾ ਜਾਂ ਤੁਹਾਡਾ ਇੱਕ ਸੇਂਟ ਹੋਣ ਦਾ, ਤੁਹਾਡਾ ਉਹ ਗੈਪ ਹੀ ਖਤਮ ਹੋ ਗਿਆ ਆ। ਤੁਸੀਂ ਕਦੇ ਗੁਰਦੁਆਰਿਆਂ 'ਚ ਸੁਣਦੇ ਹੋ, ਕਦੇ ਤੁਸੀਂ ਕਿਤੇ ਸੁਣਦੇ ਹੋ ਪੁੱਠੀਆਂ, ਤੋ ਦੈਨ ਸਾਈਕੀ ਇਜ਼ ਓਨਲੀ ਲਾਈਕ ਦੈਟ। ਇਹਦੇ ਵਿੱਚ ਵੀ 2 ਪੱਖ ਸਾਹਮਣੇ ਆਏ ਸੀ ਨਾ, ਇਹਦੇ ਵਿੱਚ ਇੱਕ ਪੱਖ ਕਹਿ ਰਿਹਾ ਸੀਗਾ ਕਿ ਬਹੁਤ ਚੰਗਾ ਹੋਇਆ, ਅਸ਼ਲੀਲਤਾ ਫੈਲਾਈ ਜਾ ਰਹੀ ਸੀ, ਔਰ ਦੂਜਾ ਪੱਖ ਇਹ ਵੀ ਸੀ ਯਾਰ ਮਾਰਨਾ ਨਹੀਂ ਚਾਹੀਦਾ ਸੀਗਾ। ਹਾਂ, ਦੇਖੋ ਮਾਰਨਾ ਤਾਂ ਬਹੁਤ ਗਲਤ ਹੈ, ਠੀਕ ਹੈ, ਤੁਸੀਂ ਥ੍ਰੈਟ ਕੀਤਾ, ਇੱਕ ਵਾਰੀ ਕਰ ਲਓ, 2 ਵਾਰੀ ਕਰ ਲਓ, ਬਿਠਾ ਲਓ ਵੀ ਬੀਬੀ ਦਿਸ ਇਜ਼ ਨੋਟ ਰਾਈਟ, ਨਾ ਕਰ, ਬਟ ਸ਼ੀ ਇਜ਼ ਨੋਟ ਦੀ ਓਨਲੀ ਵਨ। ਤੁਸੀਂ ਦੇਖੋ ਲੋਕ ਆਪਣੇ ਬੈਡਰੂਮਸ ਤੱਕ ਚਲੇ ਗਏ, ਠੀਕ ਹੈ ਕਿ ਨਹੀਂ, ਦੇ ਆਰ ਪੋਸਟਿੰਗ ਦੈਟ ਐਜ਼ ਵੈਲ, ਐਂਡ ਵੀ ਸ਼ੁੱਡ ਸਟੋਪ ਆਲ ਦੈਟ। ਮੈਨੂੰ ਨਹੀਂ ਪਤਾ ਕਿਵੇਂ ਖਤਮ ਹੋਊਗਾ, ਇਹ ਵਧੀ ਜਾ ਰਿਹਾ, ਐਂਡ ਸਮਟਾਈਮਸ ਤਾਂ ਦੇ ਸੋ ਕ੍ਰਿੰਜ ਜਾਂ ਇੰਨੇ ਕ੍ਰੀਪੀ ਹੁੰਦੇ ਆ ਕਿ ਤੁਹਾਨੂੰ ਲੱਗਦਾ ਕਿ ਵਾਟ ਆਰ ਦੇ ਡੂਇੰਗ, ਐਂਡ ਦੇ ਕਮਿੰਗ ਔਨ ਰੀਲਾਂ 'ਤੇ, ਮਤਲਬ ਇੱਦਾਂ ਹੀ ਆ ਜਾਂਦੇ, ਸਕਰੋਲ ਕਰਦੇ, ਵਿਊਜ਼ ਦਾ ਚੱਕਰ ਹੈ, ਬਟ ਇਹ ਦੇਖੋ ਮੈਨੂੰ ਲੱਗਦਾ ਹੈ ਵੀ ਸ਼ੁੱਡ ਜਸਟ ਟੇਕ ਦਿਸ ਸਟੈਪ। ਇਹ ਮੈਨੂੰ ਮੇ ਬੀ 75% ਰੀਜ਼ਨ ਇਹੀ ਹੋਵੇ ਸਾਰੀਆਂ ਚੀਜ਼ਾਂ ਦਾ, ਬਿਲਕੁਲ, ਜੇ ਆਪਾਂ ਇੱਦਾਂ ਲੈ ਲਈਏ ਤਾਂ। ਬਿਲਕੁਲ ਹਾਂ, ਮੂਵੀਜ਼ ਦੇਖ ਕੇ ਲੋਕੀ ਆਈਡੀਆਜ਼ ਲੈ ਲੈਂਦੇ ਆ, ਯਾਰ ਇੱਦਾਂ ਕਰ ਲਈਏ, ਇਹ ਤਾਂ ਫੜਿਆ ਨਹੀਂ ਗਿਆ ਮਰਡਰ ਤੋਂ ਬਾਅਦ, ਅਸੀਂ ਵੀ ਨਹੀਂ ਫੜੇ ਜਾਵਾਂਗੇ। ਹੁਣ ਜਿਹੜਾ ਉਹ ਨੀਲੇ ਡਰਮ ਵਾਲਾ ਉੱਤੇ ਤਾਂ ਜੋਕ ਵੀ ਇੰਨੇ ਬਣ ਚੁੱਕੇ ਆ, ਉਹ ਤੁਸੀਂ ਦੇਖੋ ਕਿੱਦਾਂ ਤੁਸੀਂ ਉਹ ਬੋਡੀ ਕੱਟੀ ਹੋਣੀ ਆ, ਮਤਲਬ ਉਹਦੇ ਲਈ ਤੁਹਾਡੀ ਕਿਹੋ ਜਿਹੀ ਸਾਈਕੀ ਹੋਊਗੀ। ਇਹਨੂੰ ਦੋਨਾਂ ਨੇ ਰਲ ਕੇ, ਇਹਦੇ 'ਚ ਨਾ ਬਹੁਤ ਜ਼ਿਆਦਾ ਹੱਥ ਡਰੱਗਸ ਦਾ ਵੀ ਹੁੰਦਾ ਆ। ਇੱਕ ਨੋਰਮਲ ਬੰਦਾ ਨਹੀਂ ਕਰ ਸਕਦਾ। ਤੁਸੀਂ
ਖਿਜੇ ਹੋਏ ਜਾਂ ਕੁਝ ਹੋਰ ਉਹਦੇ 'ਚ ਤਾਂ ਕਰ ਸਕਦੇ ਹੋ, ਜਾਂ ਜਿੱਦਾਂ ਇੱਕ ਵਾਰੀ ਮਰਡਰ ਕਰ ਲਿਆ ਸਪੋਜ਼ਿੰਗ, ਤੇ ਫਿਰ ਤਾਂ ਤੁਹਾਡਾ ਕਹਿੰਦੇ ਹੁੰਦੇ ਆ ਹੱਥ ਖੁੱਲ ਜਾਂਦਾ, ਦੈਟਸ ਵਾਟ ਆਈਵ ਹਰਡ। ਤੇ ਬਟ ਜਿਹੜੇ ਬੰਦੇ ਐਦਾਂ ਕੱਟਦੇ ਆ, ਤੁਸੀਂ ਦੇਖੋ ਜਿਹੜਾ ਬੜੇ ਸਾਲ ਪਹਿਲਾਂ ਨੋਇਡਾ ਵਾਲਾ ਕੇਸ ਹੋਇਆ ਸੀ, ਉਹ ਲੜਕਾ ਕਰਦਾ ਸੀ, ਹੈ ਨਾ, ਠੀਕ ਹੈ। ਸੋ ਉਹ ਹੀ ਵਾਜ਼ ਨਾਟ ਨੋਰਮਲ, ਠੀਕ ਹੈ। ਉਹਦੀ ਜਦੋਂ ਬੈਕਗਰਾਊਂਡ ਚੈੱਕ ਕੀਤੀ ਤਾਂ ਉਹਦੇ ਘਰ 'ਚ ਪ੍ਰੋਬਲਮ ਨਿਕਲੀ ਨਾ। ਸੋ ਆਪਾਂ ਰੂਟ ਕਾਜ਼ ਤੇ ਕੋਈ ਨਹੀਂ ਜਾਂਦਾ, ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ ਰਾਈਟ ਨਾਓ। ਜਦੋਂ ਵੀ ਮੈਨੂੰ ਲੱਗਦਾ ਕਿ ਜਿੰਨੇ ਜੱਜਿਸ ਹੈ, ਮਤਲਬ ਵਕੀਲਾਂ ਨੇ ਤਾਂ ਚਲੋ ਫੀਸ ਲੈਣੀ ਹੈ ਜਾਂ ਕੁਛ, ਜੱਜਿਸ ਨੂੰ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਇਹਨਾਂ ਨੂੰ ਪਹਿਲਾਂ ਦੇਖੋ, ਇਹਨਾਂ ਦੀ ਪਿੱਛੇ ਜਾ ਕੇ ਚੱਲ ਕੀ ਹੋ ਰਿਹਾ ਸੀ। ਬਿਲਕੁਲ। ਸੋ ਉਹ ਵਾਲੀ ਅਵੇਅਰਨੈਸ ਲੈ ਕੇ ਆਓ ਤੁਸੀਂ ਸੋਸ਼ਲ ਮੀਡੀਆ ਤੇ, ਉੱਥੋਂ ਫਿਰ ਲੋਕ ਅਵੇਅਰ ਹੋ ਕੇ ਆਪਣੇ ਆਪ ਨੂੰ ਜੋ ਵੀ ਹੈ ਯਾਰ, ਜੋ ਵੀ ਕਰਨਾ ਤੁਸੀਂ ਕਰੋ, ਲੁਕੇ ਛਿਪੇ ਜਿੱਦਾਂ ਵੀ ਹੁੰਦਾ। ਆਈ ਡੋਂਟ ਨੋ, ਜਿੱਦਾਂ ਹੁਣ ਦੇਖੋ, ਜੇ ਤੁਸੀਂ ਇਹ ਕਹੋ ਕਿ ਉਹ ਟਾਈਮ ਹੈਗਾ ਕਿ ਪਹਿਲਾਂ ਬੰਦੇ ਕਰਦੇ ਸੀ, ਹੁਣ ਲੇਡੀਜ਼ ਨਹੀਂ ਕਰਨਗੀਆਂ ਕਿਉਂਕਿ ਅੱਗੇ ਲੇਡੀਜ਼ ਨਹੀਂ ਸੀ ਕਰਦੀਆਂ, ਹੁਣ ਦੈਟ ਟਾਈਮ ਹੈਜ਼ ਗੋਨ। ਅੱਜ ਦੀ ਜਨਰੇਸ਼ਨ ਨੂੰ ਡਿਫਰੈਂਸ ਨਹੀਂ ਪਤਾ ਬੰਦੇ ਤੇ ਕੁੜੀ ਦਾ। ਹਾਂ, ਪੇਸ਼ੈਂਸ ਰੱਖਣੀ ਬਹੁਤ ਜ਼ਰੂਰੀ ਹੈ। ਇੱਕ ਗੱਲ, I have 2 daughters ਜੀ, I always tell them ਕਿ ਲੇਡੀ ਨੂੰ, ਇੱਕ ਲੇਡੀ ਹੋਵੇ ਲੜਕੀ ਹੋਵੇ, ਉਹਨੂੰ ਕੰਪੈਰੀਟਿਵਲੀ ਸੌਫਟ ਹੋਣਾ ਪੈਂਦਾ ਆ। ਕੰਪੈਰੀਟਿਵਲੀ ਬਹੁਤ ਚੀਜ਼ਾਂ ਅਵੋਇਡ ਕਰਨੀਆਂ ਪੈਂਦੀਆਂ ਦੈਨ ਅ ਬੋਏ ਔਰ ਅ ਮੈਨ, ਬਿਕਾਜ਼ ਉਹਦਾ ਰੀਜ਼ਨ ਹੁੰਦਾ ਕਿ ਤੁਸੀਂ ਘਰ 'ਚ ਪੀਸ ਕ੍ਰੀਏਟ ਕਰ ਲੈਂਦੇ ਹੋ ਉਹਨੇ ਨਾਲ, ਠੀਕ ਹੈ ਨਾ। ਬਟ ਉਹਦਾ ਵੀ ਇੱਕ ਉਹ ਹੁੰਦਾ ਆ, ਕਹਿ ਲਓ ਕਿ ਉਹਦਾ ਵੀ ਇੱਕ ਬੈਂਚਮਾਰਕ ਹੁੰਦਾ, ਦੈਨ ਯੂ ਲੂਜ਼, ਰਾਈਟ। ਬਟ ਹਾਂਜੀ, ਬਟ ਮੈਨੂੰ ਲੱਗਦਾ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਦੇਖੋ, ਜ਼ਿਆਦਾ ਆਪਾਂ ਨਹੀਂ ਅੱਜ ਕੱਲ੍ਹ ਦੀ ਜਨਰੇਸ਼ਨ ਤੋਂ ਐਕਸਪੈਕਟ ਕਰ ਸਕਦੇ। ਹੁਣ ਜਿਹੜਾ ਉਹ ਨੋਇਡਾ ਵਾਲਾ ਸੀ, ਉਹ ਡਰਮ ਵਾਲਾ, ਨੋਇਡਾ ਵਾਲੇ, ਹੁਣ ਉਹ ਲੜਕੀ, ਉਹ ਤੁਸੀਂ ਦੇਖਿਆ ਹੋਣਾ ਆ, ਸ਼ੀ ਹੈਡ ਸਟੈਪ ਮਦਰ 1, ਉਹਦੇ ਘਰੇ ਕਿਵੇਂ ਦਾ ਮਾਹੌਲ ਹੋਏਗਾ, ਇਨਸਿਕਿਉਰਿਟੀਜ਼ ਉਹਦੇ ਅੰਦਰ ਕਿੰਨੀਆਂ ਹੋਣਗੀਆਂ, ਰਾਈਟ। ਮੈਂ ਉਹਨੂੰ ਠੀਕ ਨਹੀਂ ਕਹਿ ਰਹੀ, ਬਟ ਮੈਂ ਤੁਹਾਨੂੰ ਇੱਕ ਸਾਈਕੀ ਦੀ ਗੱਲ ਕਰ ਰਹੀ ਹਾਂ ਵੀ ਵਾਈ ਡੂ ਦੇ ਡੂ ਦਿਸ, ਠੀਕ ਹੈ ਨਾ। ਸੋ ਉਹਦੀ ਮਦਰ ਕਿਵੇਂ ਉਹਦੇ ਨਾਲ ਬਿਹੇਵ ਕਰਦੀ ਹੋਊਗੀ, ਸੋ ਦੈਨ ਮਤਲਬ ਹਾਲਾਤ ਉਹੋ ਜਿਹੇ ਬਣਾ ਦਿੱਤੇ ਗਏ। ਫਿਰ ਦੈਨ ਮਦਰ ਵਾਜ਼ ਟੇਕਿੰਗ ਮਨੀ ਫਰੋਮ ਹਰ, ਰਾਈਟ। ਫਿਰ ਸੋ ਮੈਨੀ ਅਦਰ ਥਿੰਗਸ ਜਿਹੜੀਆਂ ਉਹਦੇ ਨਾਲ ਜੁੜੀਆਂ ਹੋਈਆਂ ਸੀ, ਆਪਾਂ ਉਹ ਦੇਖਿਆ, ਕੇਸ ਪੜ੍ਹਿਆ, ਬਿਕੋਜ਼ ਬਿਕੇਮ ਸੋ ਕਾਮਨ, ਠੀਕ ਹੈ, ਜਿਹਦੇ ਨਾਲ ਹੁਣ ਤਾਂ ਇਨ-ਲॉज ਡਰਨ ਵੀ ਬਹੁਤ ਲੱਗ ਗਏ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ, ਐਟ ਦਿਸ ਏਜ ਦੈਟ ਥਿੰਗ ਹੈਜ਼ ਅਫੈਕਟਡ ਮੀ ਜੀ। ਮੈਨੂੰ ਸ਼ਾਇਦ ਮੈਂ ਆਫਟਰ ਸੀਇੰਗ ਦਿਸ ਮੈਂ ਵੀ ਬੜੀ ਸਟਰੋਂਗ ਹੋਈ ਹਾਂ, ਮੈਨੂੰ ਬੜੀ ਸਟਰੈਂਥ ਆਈ ਹੈ। ਮੈਨੂੰ ਇਹ ਲੱਗ ਰਿਹਾ ਕਿ ਜੇ ਉਹ ਲੇਡੀ, ਇਹ ਨਹੀਂ ਮੈਂ ਕਹਿ ਰਹੀ ਕਿ ਅਸੀਂ ਉਹ ਕਰਨ ਮਰਡਰ, ਪਰ ਦ ਥਿੰਗ ਇਜ਼ ਕਿ ਮੈਨੂੰ ਇਹ ਲੱਗਣ ਲੱਗ ਗਿਆ ਕਿ ਯਾਰ ਤੁਸੀਂ ਆਪਣੇ ਆਪ 'ਚ ਇੰਨਾ ਤਾਂ ਰੱਖੋ ਯਾਰ, ਤੁਹਾਡੀ ਇੰਨੀ ਤਾਂ ਹੋਣੀ ਚਾਹੀਦੀ ਹੈ, ਠੀਕ ਹੈ ਕਿ ਨਹੀਂ, ਕਿ ਤੁਹਾਨੂੰ ਇੱਦਾਂ ਕਿੱਦਾਂ ਕੋਈ ਇੱਦਾਂ ਮਦਰ ਹੈ ਤੁਹਾਡੀ, ਆਪ ਦੀ ਮਦਰ ਹੀ ਤੁਹਾਡਾ ਪੈਸਾ ਲੈ ਰਹੀ ਹੈ, ਐਂਡ ਦੈਨ ਤੁਸੀਂ ਪਤਾ ਨਹੀਂ ਕੀ ਸੋਚ ਰਹੇ ਆ ਯਾਰ। ਬਿਲਕੁਲ। ਇੱਕ ਨਾ ਟਰੈਂਡ ਹੋਰ ਚੱਲ ਰਿਹਾ ਬਹੁਤ, ਤੁਸੀਂ ਦੇਖਿਆ ਹੋਣਾ ਨਾ, ਕਾਫੀ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੈ ਵੀ ਅੱਜ ਕੱਲ੍ਹ, ਅੱਜ ਦੀ ਨਿਊਜ਼ ਮੈਂ ਪਹਿਲਾਂ ਵੀ ਆਪਾਂ ਜ਼ਿਕਰ ਕਰ ਰਹੇ ਸੀ ਬੇਟੇ, ਹੈ ਨਾ, ਜਿਵੇਂ ਇੱਕ ਮਾਂ ਵੱਲੋਂ ਬੱਚੀ ਭੇਜੀ ਗਈ ਕੈਨੇਡਾ ਤੇ 7 ਵਾਰ ਰੋਕੇ ਕੀਤੇ ਗਏ ਉਹਦੇ। ਅੱਜ ਪੁਲਿਸ ਵੀ ਬਿਆਨ ਦੱਸ ਰਹੀ ਸੀ ਕਿ ਗੈਂਗ ਹੈ ਇਹ ਵੀ, ਇੱਕ ਮਾਂ ਕਿਵੇਂ ਧੰਦਾ ਚਲਾ ਰਹੀ ਹੈ, ਕੁੜੀ ਨੂੰ ਮੂਹਰੇ ਕਰਕੇ, ਕੁੜੀ ਕੈਨੇਡਾ ਬੈਠੀ ਹੋਈ ਹੈ ਤੇ ਕਰੋੜਾਂ ਰੁਪਈਆ ਹੜਪ ਰਹੀ ਹੈ। ਇਹ ਜਿਹੜੀ ਦੌੜ ਲੱਗੀ ਹੋਈ ਹੈ, ਕਿਉਂਕਿ ਤੁਸੀਂ ਐਜ਼ ਏ ਵੂਮਨ ਤੁਸੀਂ ਬਿਜ਼ਨਸ ਚਲਾ ਰਹੇ ਹੋ ਆਪਣਾ, ਲੱਗਦਾ ਕੀ ਹੈ ਤੁਹਾਨੂੰ, ਤੁਹਾਡੇ ਵੱਲੋਂ ਕੀ ਰਾਏ ਉਹ ਲੋਕਾਂ ਲਈ ਹੈ ਜਿਹੜੇ ਇਸ ਕੰਮ 'ਚ ਫਸ ਰਹੇ ਨੇ, ਦੌੜ ਲੱਗੀ ਕੈਨੇਡਾ ਜਾਣ ਦੀ, ਅਮਰੀਕਾ ਚੱਲ ਜਾਈਏ, ਕੀ ਲੱਗਦਾ ਇੱਥੇ ਕੁਛ ਹੈ ਨਹੀਂ ਪਤਾ ਕੀ ਹੈ ਜੀ। ਦੇਖੋ, ਹੈ ਤਾਂ ਸਭ ਕੁਛ ਹੀ, ਆਪਾਂ ਨਹੀਂ ਕਮਾ ਰਹੇ, ਤੁਸੀਂ ਨਹੀਂ ਕਮਾ ਰਹੇ, ਬਿਲਕੁਲ ਮੈਂ ਨਹੀਂ ਕਮਾ ਰਹੀ, ਠੀਕ ਹੈ ਜੀ। ਮੈਂ ਚਲੋ ਤੂੰ ਤਾਂ ਬੰਦਾ ਤਾਂ ਬਹੁਤ 100 ਦੌੜ ਭੱਜ ਕਰ ਲੈਂਦਾ, ਮੈਂ ਲੇਡੀ ਕਮਾ ਰਹੀ ਹਾਂ ਜੀ, ਮੈਂ ਆਪਣੇ ਬੱਚੇ ਆਪ ਪੜ੍ਹਾਏ ਆ, ਘਰ ਚਲਾਉਣੀ ਆ, ਸਭ ਕੁਝ ਕਰਦੀ ਹਾਂ ਮੈਂ ਆਪਣੇ ਆਪ 'ਚ, ਠੀਕ ਹੈ ਨਾ। ਸੋ ਹੁਣ ਮੈਂ ਵੀ ਤਾਂ ਲੁਧਿਆਣੇ 'ਚ ਰਹਿ ਕੇ ਹੀ ਕਰ ਰਹੀ ਹਾਂ ਇੱਦਾਂ। ਜੇ ਤੁਹਾਡੇ 'ਚ ਇੰਨੀ ਸਟਰੈਂਥ ਹੋਵੇ ਜਾਂ ਇੰਨਾ ਕੁਛ ਹੋਵੇ, ਹਰ ਕੋਈ ਕਰ ਸਕਦਾ ਆ, ਬਟ ਕਿਤੇ ਨਾ ਜੀ ਆਪਣੇ ਪੰਜਾਬੀਆਂ ਦੇ ਵਿੱਚ ਹੱਡ ਹਰਾਮ ਆਇਆ ਹੋਇਆ, ਇਹ ਮੰਨੋ ਚਾਹੇ ਨਾ ਮੰਨੋ। ਤੁਸੀਂ ਇੱਥੇ ਉਹ ਕੰਮ ਨਹੀਂ ਕਰਨਾ ਚਾਹੁੰਦੇ, ਬਟ ਤੁਸੀਂ ਕੈਨੇਡਾ, ਇੰਗਲੈਂਡ, ਅਮਰੀਕਾ ਜਾ ਕੇ ਉਹ ਕੰਮ ਕਰ ਲਓਗੇ, ਠੀਕ ਹੈ ਕਿ ਨਹੀਂ, ਤੁਸੀਂ ਕਰ ਲਓ। ਹੁਣ ਤਾਂ ਇੰਡੀਆ ਦੇ ਵਿੱਚ ਵੀ ਨੋਬਡੀ ਮਾਈਂਡਸ ਤੁਸੀਂ ਕੀ ਕਰ ਰਹੇ ਹੋ, ਕੌਣ ਮਾਈਂਡ ਕਰ ਰਿਹਾ ਆ।
ਕਿੰਨੇ ਆਈਲੈਟਸ ਦੇ ਨਾਮ ਤੇ ਲੜਕੀਆਂ ਨੇ ਬਹੁਤ ਠੱਗੀ ਮਾਰੀ। ਹਾਂ ਵੀ ਅਸੀਂ ਉੱਥੇ ਜੀ ਜਾਣਾ ਪਿਆ, ਮੁੰਡੇ ਵਾਲੇ ਪੈਸੇ ਖਰਚ ਰਹੇ ਆ, ਕੁੜੀ ਨੂੰ ਭੇਜ ਰਹੇ ਆ, ਐਂਡ ਸ਼ੀ ਹੈਡ ਅਨਦਰ ਏਜੰਡਾ। ਠੀਕ ਹੈ ਕਿ ਨਹੀਂ? ਦੂਸਰੇ ਆਹ ਜਿਹੜੀ ਤੁਸੀਂ ਇਸ ਤਰ੍ਹਾਂ ਦੀ ਕੇਸ ਸੁਣਾਈ ਆ, ਇਹ ਇੱਕ ਹੁਣ ਤੁਸੀਂ ਦੱਸੋ ਉਹੀ ਲੜਕਾ ਪੜ੍ਹ ਲੇ ਨਹੀਂ, ਚਲੋ ਨਹੀਂ ਪੜ੍ਹ, ਜਿੱਦਾਂ ਹੁਣ ਆਈ ਵਾਜ਼ ਆਲਸੋ ਨਾਟ ਗੁੱਡ ਵਿਦ ਸਟੱਡੀਜ਼, ਤਾਂ ਆਈ ਆਲਸੋ ਮੈਂ ਵੀ ਆਪਣਾ ਵੇ ਫਾਈਂਡ ਕੀਤਾ ਇੱਦਾਂ ਹੀ। ਦੇਰ ਅੱਜ ਕੱਲ੍ਹ ਤਾਂ ਓਪਰਚੁਨਿਟੀਜ਼ ਇੰਨੀਆਂ ਆ, ਬਟ ਉਹਦੇ ਦੂਜੇ ਪਾਸੇ ਮੈਨੂੰ ਐਂ ਲੱਗਦਾ ਵੀ ਪੋਪੂਲੇਸ਼ਨ ਵੀ ਇੰਨੀ ਜ਼ਿਆਦਾ, ਵਿਚਾਰੇ ਓਪਰਚੁਨਿਟੀਜ਼ ਵੀ ਕਿਤੇ ਨਾ ਕਿਤੇ ਹੋ ਜਾਂਦਾ। ਇੱਕ ਚੀਜ਼ ਲਈ 1,000 2,000 ਬੰਦਾ ਜਾਂ ਲੱਖਾਂ 'ਚ ਬੰਦਾ ਖੜਾ ਹੁੰਦਾ ਆ, ਠੀਕ ਹੈ, ਬਟ ਸਟਿਲ ਜੇ ਰੱਬ ਨੇ ਕਹਿੰਦੇ ਹੁੰਦੇ ਜਦ ਰੱਬ ਬੰਦਾ ਭੇਜਦਾ ਤੇ ਉਹਦੀ ਨਾਲ ਉਹ ਦੇ ਕੇ ਭੇਜਦਾ ਆ ਸਾਰਾ ਕੁਛ। ਤੇ ਮੈਨੂੰ ਲੱਗਦਾ ਕਿ ਮਿਹਨਤ ਕਰ ਲਓ, ਇੱਥੇ ਕਰ ਲਓ ਜੇ ਤੁਹਾਡੀ ਇੰਨੀ ਕੁ ਸਫੀਸ਼ੀਐਂਟ ਹੈ। ਦੇਖੋ ਦੌੜ 'ਚ ਜੇ ਪੈ ਗਏ ਤੁਸੀਂ, ਠੀਕ ਹੈ ਕਿ ਨਹੀਂ, ਬਾਹਰ ਜਾ ਕੇ ਤੁਸੀਂ ਸੋਚਦੇ ਹੋ ਸਾਡਾ ਆਪਣਾ ਘਰ ਹੋਊਗਾ, ਗੱਡੀ ਵੱਡੀ ਹੋਊਗੀ, ਜੇ ਤਾਂ ਤੁਸੀਂ ਉਸ ਰੈਟ ਰੇਸ ਜਾਂ ਦੌੜ 'ਚ ਪੈ ਜਾਂਦੇ ਹੋ ਕਿ ਜੀ ਮੇਰੇ ਕੋਲ ਤਾਂ ਐਡੀ ਗੱਡੀ ਹੋਵੇ, ਐਡਾ ਹੀ ਘਰ ਹੋਵੇ, ਫਿਰ ਤਾਂ ਯੂ ਆਰ ਨੈਵਰ ਸੈਟਿਸਫਾਈਡ। ਕੰਟੈਂਟਮੈਂਟ ਲਿਆਉਣੀ ਪੈਂਦੀ ਹੈ ਤੁਹਾਨੂੰ ਅੰਦਰ। ਮੈਨੂੰ ਲੱਗਦਾ ਅੱਜ ਕੱਲ੍ਹ ਦੇ ਯੂਥ ਲਈ ਇਹ ਬਹੁਤ ਇੰਪੋਰਟੈਂਟ ਹੈ ਕਿ ਆਪਣੇ ਇੱਥੇ ਵੀ ਸਭ ਕੁਛ ਹੈ, ਯੂ ਜਸਟ ਹੈਵ ਟੂ ਫਾਈਂਡ ਇਟ। ਬਿਲਕੁਲ, ਇਹ ਪੰਜਾਬੀਆਂ ਦੇ ਦਿਲਾਂ ਦੇ ਵਿੱਚੋਂ ਇਹ ਕੱਢਣਾ ਇਸ ਟਾਈਮ ਤੇ ਬਹੁਤ, ਇਸ ਚੀਜ਼ ਦੀ ਅਵੇਅਰਨੈਸ ਆਉਣੀ ਬਹੁਤ ਜ਼ਰੂਰੀ ਹੈ। ਔਰ ਜਾਂ ਗਵਰਨਮੈਂਟ ਦਾ ਤਾਂ ਕੀ ਕਹਿਣਾ ਜੀ, ਮੈਨੂੰ ਤਾਂ ਲੱਗਦਾ ਨਹੀਂ ਕੋਈ ਗਵਰਨਮੈਂਟ ਕਦੇ ਸਪੋਰਟ ਕੋਈ ਵੀ ਆਊਗੀ ਜਿਹੜੀ ਸਪੋਰਟ ਕਰੂਗੀ। ਜਾਂ ਕੁਛ ਕਈ ਵਾਰੀ ਮੈਂ ਇਹ ਵੀ ਦੇਖਿਆ ਹੈ ਕਿ ਬॉयਜ਼ ਦੇ ਡੋਂਟ ਅੰਡਰਸਟੈਂਡ ਵੀ ਅਸੀਂ ਕਰੀਏ ਕੀ, ਤੇ ਪਿੱਛੇ ਪੇਰੈਂਟਸ ਵੀ ਉਹਨੇ ਕੀ ਪੜ੍ਹੇ ਲਿਖੇ ਹੁੰਦੇ ਆ ਜਾਂ ਉਹ ਪਿੱਛੋਂ ਪਿੰਡ ਬੈਕਗਰਾਊਂਡ ਤੋਂ ਇਹੋ ਜਿਹੇ ਹੁੰਦੇ ਕਿ ਜਿਨ੍ਹਾਂ ਨੂੰ ਸਮਝਾਉਣਾ ਵੀ ਨਹੀਂ ਆਉਂਦਾ ਹੁੰਦਾ ਵੀ ਤੁਸੀਂ ਕੀ ਕਰੋ। ਜੀ ਜੀ, ਠੀਕ ਹੈ ਨਾ, ਉਹਨਾਂ ਨੂੰ ਫਿਰ ਐਂ ਲੱਗਦਾ ਕਿ ਕੈਨੇਡਾ ਹੀ ਇੱਕ ਉਪਾਅ ਆ, ਜਾਂ ਅਮਰੀਕਾ ਹੀ ਉਪਾਅ ਆ, ਜਾਂ UK ਹੀ ਉਪਾਅ, ਜਿੱਥੇ ਜਾ ਕੇ ਇਹਨਾਂ ਦਾ ਸਾਰਾ ਕੁਛ ਹੋ ਜਾਏਗਾ। ਉੱਥੇ ਸੌਰੀ ਉੱਥੇ ਬੈਠ ਕੇ ਇਹਨਾਂ ਨੂੰ ਉੱਥੇ ਫਿਰ ਤੁਸੀਂ ਫਲਸ਼ਿਜ਼ ਵੀ ਸਾਫ਼ ਕਰ ਰਹੇ ਹੋ, ਠੀਕ ਹੈ, ਤੁਸੀਂ ਕਲੀਨਿੰਗ ਵੀ ਕਰ ਰਹੇ ਹੋ, ਤੁਸੀਂ ਕਾਰਪੈਂਟਰੀ ਵੀ ਕਰ ਰਹੇ ਹੋ, ਸਭ ਕੁਛ ਕਰ ਰਹੇ ਹੋ। ਵੇਅਰ ਐਜ਼ ਆਪਣੇ ਕੀ ਹੋ ਰਿਹਾ, ਆਪਣੇ ਇੱਥੇ UP ਬਿਹਾਰ ਦੇ ਲੋਕ ਆ ਕੇ ਉਹੀ ਕੰਮ ਕਰ ਰਹੇ ਆ, ਰਾਈਟ? ਸੋ ਆਪਾਂ ਕਿਉਂ ਨਹੀਂ ਉਹ ਕਰ ਲੈਂਦੇ ਆਪਣੀ ਸਟੇਟ ਦੇ ਵਿੱਚ? ਬਿਲਕੁਲ। ਅੱਛਾ, ਮੈਂ ਇੱਕ ਆਪਾਂ ਜ਼ਿਕਰ ਕਰ ਰਹੇ ਸੀ ਜਿਸ ਤਰ੍ਹਾਂ ਕੇਸ ਹੈ ਨਾ ਲੁਧਿਆਣੇ ਦਾ ਹੋਇਆ, ਲੱਗਦਾ ਨਹੀਂ ਕਿ ਐਸਾ ਲਾਅ ਆਉਣਾ ਚਾਹੀਦਾ ਹੈ ਕਿ ਜਿਹੜੇ ਜ਼ਿਆਦਾ ਦੇਖਿਆ ਕਿ ਹੁਣ ਅਸੀਂ ਲਗਾਤਾਰ ਇਹ ਮਾਮਲੇ ਸਾਹਮਣੇ ਆ ਰਹੇ ਨੇ, ਖਾਸ ਤੌਰ 'ਤੇ ਕੁੜੀਆਂ ਵਾਲੇ ਮਾਮਲੇ ਸਾਹਮਣੇ ਆ ਰਹੇ ਨੇ ਵੀ ਮੁੰਡੇ ਵਾਲੇ ਇੱਥੇ ਬੈਠੇ ਨੇ, ਜਾਂ ਕੁੜੀ ਬਾਹਰ ਭੇਜਤੀ ਪੈਸੇ ਲਾ ਕੇ, ਉਹਨੇ ਆਈਲੈਟਸ ਕੀਤੀ ਹੋਈ ਹੈ ਅਤੇ ਮੁੰਡੇ ਵਾਲੇ ਨੂੰ ਮੁੜ ਕੇ ਬੁਲਾਇਆ ਨਹੀਂ, ਨੰਬਰ ਬਲੌਕ 'ਚ ਪਾਤੇ। ਲੱਗਦਾ ਨਹੀਂ ਕਿ ਐਸਾ ਲਾਅ ਚਾਹੀਦਾ ਵਾ ਵੀ ਬਣਾਉਣਾ, ਵੀ ਡਾਇਰੈਕਟਲੀ ਫਟਾਫਟ ਪਰਚਾ ਹੋਣਾ ਚਾਹੀਦਾ ਉਹਨਾਂ 'ਤੇ। ਤੇ ਮੁੰਡਿਆਂ ਨੇ ਵੀ ਬੜਿਆਂ ਨੇ ਇੱਦਾਂ ਕੀਤਾ, ਮੁੰਡੇ ਵੀ ਨੇ ਵੀ ਬਹੁਤ ਕੀਤਾ। ਹੁਣ ਆਪਾਂ ਕੁੜੀਆਂ ਨੂੰ ਹਾਈਲਾਈਟ ਕਰ ਲੈਂਦੇ ਜ਼ਿਆਦਾ ਜਿਹੜੇ ਮਾਮਲੇ ਆ ਰਹੇ ਉਹ ਤਾਂ ਦੇਖੋ ਜੀ, ਹੁਣ ਸੋਸ਼ਲ ਮੀਡੀਆ ਕਰਕੇ ਕੁੜੀਆਂ ਨੂੰ ਹਾਈਲਾਈਟ ਕਰ ਦਿੰਦੇ ਆ। ਹਾਂ, ਹੁਣ ਆਪਣੇ ਇੱਥੇ ਡਿਫਰੈਂਸ ਓਪੀਨੀਅਨ ਆ ਜਾਣਾ, ਤੁਸੀਂ ਬੰਦੇ ਹੋ, ਮੈਂ ਜਨਾਨੀ ਹਾਂ, ਪਰ ਥਿੰਕ ਇਸ ਕਿ ਬਟ ਜੇ ਆਪਾਂ ਇੱਦਾਂ ਦੇਖੇ ਜਾਈਏ ਕਿ ਇੱਦਾਂ ਤਾਂ ਬੰਦਿਆਂ ਨੇ 4-4 6-6 ਵਿਆਹ ਕਰਾਏ ਹੁੰਦੇ, ਤਾਂ ਇੱਥੇ ਵਿਚਾਰੀਆਂ ਲੇਡੀਜ਼ ਨਾ ਘਰ ਦੀਆਂ ਹੁੰਦੀਆਂ, ਤੇ ਨਾ ਸਹੁਰਿਆਂ ਦੀਆਂ ਨਾ ਪੇਕਿਆਂ ਦੀਆਂ। ਪੇਕੇ ਕਹਿ ਦਿੰਦੇ ਦੇਖੋ ਲੇਡੀ ਦਾ ਤਾਂ ਕਦੇ ਘਰ ਹੀ ਨਹੀਂ ਹੁੰਦਾ, ਪੇਕੇ ਕਹਿ ਦਿੰਦੇ ਜੀ ਤਾਂ ਵਿਆਹੀ ਗਈ, ਸਹੁਰੇ ਕਹਿੰਦੇ ਜੀ ਅਸੀਂ ਕਿੱਥੇ, ਠੀਕ ਹੈ ਕਿ ਨਹੀਂ? ਹੁਣ ਉਹ ਕੁੜੀਆਂ ਨੂੰ ਲੱਗਦਾ ਇਹ ਕਰ ਸਕਦੇ, ਅਸੀਂ ਕਿਉਂ ਨਹੀਂ ਕਰ ਸਕਦੇ? ਬਹੁਤ ਸਾਰੇ ਅਫੇਅਰ ਇੱਦਾਂ ਹੁੰਦੇ ਆ, ਜਦੋਂ ਬੰਦਾ ਕਰੀ ਜਾਂਦਾ ਲੇਡੀ ਕਹਿੰਦੀ ਆ ਲੈ ਮੈਂ ਤੈਨੂੰ ਕਰਕੇ ਦਿਖਾਉਣੀ ਆ। ਅਸੀਂ ਨਾ ਜਿਵੇਂ ਦੇਖਦੇ ਹਾਂ, ਆਪਾਂ ਪਿੰਡਾਂ ਦੀ ਗੱਲ ਕਰੀਏ, ਪਿੰਡਾਂ ਦੇ ਵਿੱਚ ਜਿਵੇਂ ਪਹਿਲਾਂ ਆਪਾਂ ਜ਼ਿਕਰ ਕਰ ਰਹੇ ਸੀ, ਨੌਜਵਾਨ ਜਿਹੜੇ ਮੁੰਡੇ ਨੇ 10ਵੀਂ 12ਵੀਂ ਕੀਤੀ ਹੁੰਦੀ ਹੈ, ਉਹ ਕਹਿੰਦੇ ਇੱਥੇ ਕੋਈ ਜੋਬ ਨਹੀਂ ਹੈ, ਅਤੇ ਉਹ ਬਾਹਲਾ ਰੁੱਖ ਕਰਦੇ ਨੇ, ਕਿਤੇ ਨਾ ਕਿਤੇ ਉਹ ਫਸ ਵੀ ਜਾਂਦੇ ਨੇ। ਕੀ ਲੱਗਦਾ ਤੁਹਾਨੂੰ ਕਿ ਜਿਹੜੇ 10ਵੀਂ 12ਵੀਂ ਵਾਲੇ ਵੀ ਹੈਗੇ ਆ ਕਿ ਉਹ ਜੇ ਅਗਲੇ ਸ਼ਹਿਰਾਂ ਵਿੱਚ ਆ ਕੇ ਵਧੀਆ ਆਪਣਾ ਓਪਰਚੁਨਿਟੀ ਵਧੀਆ ਕੰਮ ਕਰ ਸਕਦੇ ਹੈ ਉਹਨਾਂ ਵਾਸਤੇ? ਕਿਉਂ ਨਹੀਂ ਕਰ ਸਕਦੇ? ਤੁਸੀਂ ਇਹ ਦੇਖੋ, ਜੇ ਉਹ ਤੁਸੀਂ +1 +2 ਜਾਂ 10th ਕਰਕੇ ਬਾਹਰ ਸੋਚ ਰਹੇ ਹੋ ਵੀ ਅਸੀਂ ਕੰਮ ਕਰ ਲਾਂਗੇ, ਤੇ ਆਪਣੇ ਕਿਉਂ ਨਹੀਂ ਕਰ ਸਕਦੇ? ਕਰ ਲਈ 10th +2, ਹੁਣ ਪਿੰਡਾਂ 'ਚ ਚਲੇ ਜਾਓ, +2 ਨੂੰ ਇਹ ਸੋਚਦੇ ਵੀ ਬਲੈਡੀ ਡਾਕਟਰ ਬਣ ਗਿਆ, ਇੰਜੀਨੀਅਰ ਬਣ ਗਿਆ ਬੱਚਾ। +2 ਯਾਰ, +2 ਦੀ ਕੋਈ ਵੈਲਿਊ ਨਹੀਂ ਅੱਜ ਦੀ ਤਰੀਕ ਦੇ ਵਿੱਚ, ਠੀਕ ਹੈ? ਆਈ ਥਿੰਕ ਫਿਰ ਸਕਿੱਲ ਕਰ ਲੈਣ ਨਾ ਨਾਲ, ਕੁਛ ਉਹਦੇ ਨਾਲ ਕਰ ਲੈਣ, ਠੀਕ ਹੈ ਨਾ? ਅਗੇਨ ਆਈ ਸੈਡ ਕਿ ਨਹੀਂ, ਐਵਰੀਬਡੀ ਕੈਨ ਨੋਟ, ਹਰ ਕੋਈ ਪੜ੍ਹਨ ਲਈ ਨਹੀਂ ਬਣਿਆ ਹੁੰਦਾ ਹੈਗਾ, ਠੀਕ ਹੈ ਕਿ ਨਹੀਂ? ਕਈ ਪੜ੍ਹਦੇ, ਬਹੁਤ ਪੜ੍ਹਦੇ, ਕਈਆਂ 'ਚ ਹੁੰਦੀ ਨਹੀਂ ਵੀ ਮੈਂ ਨਹੀਂ ਇੰਨਾ ਪੜ੍ਹ ਸਕਦੇ, ਠੀਕ ਹੈ? ਸੋ ਐਵਰੀਬਡੀ ਹੈਜ਼ ਦੇਅਰ ਓਨ ਨੇਚਰ ਦੈਟ। ਉਹਦੇ ਪੜ੍ਹਾਈ ਦੇ ਨਾਲ ਤੁਸੀਂ ਉਹਦੀ ਇੰਟੈਲੀਜੈਂਸ ਨੂੰ ਡਿਫਾਈਨ ਨਹੀਂ ਕਰ ਸਕਦੇ। ਇੰਟੈਲੀਜੈਂਸ ਕੈਨ ਬੀ
ਉਹਨੇ ਜਿਹੜਾ 'ਚ ਤੁਹਾਡਾ ਸ਼ੌਕ ਹੈ ਜਾਂ ਸ਼ੌਕ ਨਹੀਂ ਵੀ ਹੈ, ਸ਼ਾਇਦ ਤੁਸੀਂ ਕ੍ਰੀਏਟਿਵ ਹੋ ਤਾਂ ਨਹੀਂ ਤੁਸੀਂ ਪੜ੍ਹ ਸਕਦੇ, ਬਿਲਕੁਲ ਠੀਕ ਹੈ ਕਿ ਨਹੀਂ। ਸਕਿੱਲ ਬੇਸ ਜਿਹਨੂੰ ਸਕਿੱਲ ਬੇਸ ਕਰ ਲਓ ਤੁਸੀਂ, ਉਹੀ 10th ਕਰਕੇ +2 ਕਰਕੇ ਜੇ ਪ੍ਰਵਾਸੀ ਆ ਕੇ ਇੱਥੇ ਪਲਾਟ ਖਰੀਦ ਸਕਦੇ ਆ, ਘਰ ਖਰੀਦ ਸਕਦੇ ਆ, ਉਹ ਤਾਂ ਸ਼ਾਇਦ ਕਈ 10th ਵੀ ਨਹੀਂ ਪਾਸ ਹੁੰਦੇ। ਵਾਈ ਕਾਂਟ ਵੀ ਇਨ ਪੰਜਾਬ ਜੀ। ਪਹਿਲਾਂ ਤਾਂ ਆਪਣੇ ਦਿਮਾਗ 'ਚੋਂ ਇਹ ਕੱਢਣਾ ਪਊਗਾ ਜੀ ਅਸੀਂ 10ਵੀਂ ਪਾਸ ਹੈ, +2 ਉਹ ਨਹੀਂ ਜੀ ਅਸੀਂ ਤਾਂ BA ਕਰ ਲਈ। ਵਾਟ ਇਜ਼ BA? ਅੱਜ ਤੁਸੀਂ ਦੱਸੋ ਮੈਨੂੰ, ਕੌਣ ਪੁੱਛਦਾ BA ਨੂੰ? ਕੋਈ ਨਹੀਂ ਪੁੱਛਦਾ, ਕੋਈ ਵੈਲਿਊ ਨਹੀਂ। ਸਕਿੱਲ ਬੇਸ ਹੀ ਹਲੇ ਫਿਰ ਵੈਲਿਊ ਹੈ, ਸਕਿੱਲ ਦੀ ਵੈਲਿਊ ਹੈ। ਸੋ ਮੈਨੂੰ ਲੱਗਦਾ ਕਿ ਪਹਿਲਾਂ ਤਾਂ ਤੁਸੀਂ ਇਹ ਇੱਕ ਮਾਈਂਡ ਸੈਟ ਪਿੰਡਾਂ 'ਚੋਂ ਦਿਮਾਗ 'ਚੋਂ ਕੱਢਣਾ ਪੈਣਾ ਆ ਮੁੰਡਿਆਂ ਨੂੰ ਵੀ ਕੁੜੀਆਂ ਨੂੰ ਕਿ ਅਸੀਂ ਇੰਨੇ ਪੜ੍ਹੇ ਹੋਏ ਹਾਂ, ਅਸੀਂ ਆ ਨਹੀਂ ਕਰ ਸਕਦੇ। ਸ਼ਹਿਰਾਂ 'ਚ ਤਾਂ ਬਹੁਤ ਚੇਂਜ ਹੋ ਚੁੱਕੀ ਹੈ ਗੱਲ, ਪਿੰਡਾਂ 'ਚੋਂ ਇਹ ਕੱਢਣ ਦੀ ਜ਼ਰੂਰਤ ਹੈ ਇਸ ਵੇਲੇ, ਜਿਹਦੇ ਨਾਲ ਉਹਨਾਂ ਲੱਗੋ ਅੱਛਾ ਜੇ ਉਹ ਕਰਦਾ ਮੈਂ ਕਰ ਲੂੰਗਾ, ਫੇਰ ਹੋਣਾ ਇਹ ਕੰਮ। ਆਖਿਰ ਦੇ ਵਿੱਚ ਤੁਹਾਨੂੰ ਸਵਾਲ ਇਹੀ ਹੈ, ਜਿਹੜੇ ਲੋਕਾਂ ਦੇ ਘਰ 'ਚ ਹਾਲੇ ਵੀ ਕਲੇਸ਼ ਚੱਲ ਰਹੇ ਨੇ, ਠੀਕ ਹੈ, ਫਿਰ ਬਾਹਰ ਚੱਲ ਰਹੇ ਨੇ, ਤੁਹਾਡੀ ਉਹ ਲੋਕਾਂ ਨੂੰ ਸਲਾਹ ਕੀ ਹੈ? ਕਿਉਂਕਿ ਬਹੁਤ ਦੇਖਿਆ ਅਸੀਂ ਘਰ ਟੁੱਟਦੇ ਨੇ, ਸਾਨੂੰ ਵੀ ਦੁੱਖ ਲੱਗਦਾ, ਸਾਡੇ ਵੀ ਕਈ ਯਾਰ ਦੋਸਤ ਨੇ ਛੋਟੀ ਛੋਟੀ ਗੱਲ ਤੋਂ ਦੇਖਦੇ ਆ ਕਿ ਗੱਲ ਉੱਥੇ ਪਹੁੰਚ ਜਾਂਦੀ ਹੈ, ਤਲਾਕ ਤੱਕ ਗੱਲ ਪਹੁੰਚ ਜਾਂਦੀ ਹੈ ਨਾ, ਫਿਰ ਬਾਅਦ 'ਚੋਂ ਪਛਤਾਉਣਾ ਵੀ ਪੈਂਦਾ ਸ਼ਾਇਦ, ਹੈ ਨਾ। ਉਹ ਲੋਕਾਂ ਤੁਹਾਡੀ ਕੀ ਸਲਾਹ ਤੁਹਾਡੀ ਉਹਨਾਂ ਨੂੰ? ਦੇਖੋ ਮੈਂ ਤਾਂ ਪਹਿਲਾਂ ਇਹੀ ਕਹੂੰਗੀ ਕਿ ਮੈਨੂੰ ਲੱਗਦਾ ਕਿ ਜੇ ਤਾਂ ਵਿਆਹ ਨਵਾਂ ਹੀ ਹੋਇਆ ਤੇ ਨਹੀਂ ਬਣੀ ਫਿਰ ਤਾਂ ਸੈਪਰੇਸ਼ਨ ਹੀ ਠੀਕ ਹੈ, ਬਿਕੋਜ਼ ਜੇ ਸ਼ੁਰੂ 'ਚ ਹੀ ਨਹੀਂ ਨਾ ਕੰਮ ਹੋਇਆ ਫਿਰ ਨਹੀਂ ਉਹ ਹੁੰਦਾ। ਇਹ ਤਾਂ ਐਗਜ਼ਾਮਪਲਸ ਮੈਂ ਦੇਖੀਆਂ ਹੋਈਆਂ। ਅਤੇ ਜੇ ਤੁਹਾਡੇ ਕੁਛ ਸਾਲ ਨਿਕਲ ਗਏ ਆ ਅਤੇ ਤੁਹਾਡੇ ਬੱਚੇ ਆ, ਫਿਰ ਤੁਸੀਂ ਟਰਾਈ ਕਰ ਲਓ। ਜੇ ਟਰਾਈ ਹੋ ਸਕਦੀ ਹੈ ਤਾਂ ਵੈਲ ਐਂਡ ਗੁੱਡ, ਪਰ ਜੇ ਤੁਸੀਂ ਈਗੋ ਫਸਾਈ ਰੱਖਣੀ, ਫਲਾਂ ਵੇਲੇ ਤੂੰ ਐਂ ਕਿਹਾ ਸੀ, ਉਹ ਤੂੰ ਕਿਹਾ ਸੀ, ਮੈਂ ਤੇਰੇ ਲਈ ਆਹ ਕੀਤਾ ਉਹ ਕੀਤਾ, ਉਹ ਨੈਵਰ ਐਂਡਿੰਗ ਸਟੋਰੀ ਹੈ, ਠੀਕ ਹੈ ਕਿ ਨਹੀਂ। ਮੈਂ ਤੁਹਾਨੂੰ ਫਿਰ ਕਹਿ ਰਹੀ ਹਾਂ ਕਿ ਸ਼ਾਇਦ ਅੱਜ ਕੱਲ੍ਹ ਦੀ ਜਨਰੇਸ਼ਨ ਦੀਆਂ ਗਰਲਸ ਦੇ ਡੋਂਟ ਅੰਡਰਸਟੈਂਡ कि एक बारी मेरी छोटी वाली मैनू पूछती है भ्रूण हत्या क्या होता है मम्मा, ये क्या दिखा रहे हैं, क्या होता क्या है, बिकॉज we've never taught them that you guys are less than boys, right? So ਉਹਦੇ ਲਈ ਬਹੁਤ ਵੱਡੀ ਗੱਲ ਸੀ ਜਦੋਂ ਉਹਨੂੰ ਮੈਂ ਐਕਚੁਅਲੀ ਐਕਸਪਲੇਨ ਕੀਤਾ, ਠੀਕ ਹੈ ਨਾ। ਤਾਂ ਮਤਲਬ ਉਹਨੇ ਮੈਨੂੰ 4 ਵਾਰੀ ਸ਼ਾਮ ਤੱਕ ਪੁੱਛ ਲਿਆ, ऐसे करते हैं लोग, ऐसे भी होता है ना, ठीक है कि नहीं। ਸੋ ਜਦੋਂ ਕੱਲ੍ਹ ਨੂੰ ਉਹਦਾ ਵਿਆਹ ਹੋਊਗਾ ਤਾਂ ਉਹਨੂੰ ਨਹੀਂ ਪਤਾ ਕਿ ਉਹ ਜਿਹੜੇ ਲੜਕੇ ਨਾਲ ਉਹਦਾ ਵਿਆਹ ਹੋ ਰਿਹਾ ਹੈ ਅਤੇ ਉਹ ਹੀ ਇਜ਼ ਐਨੀਵੇਜ਼ ਡਿਫਰੈਂਟ ਫਰੋਮ ਹਰ, ਰਾਈਟ। ਸੋ ਦੇਖਿਓ ਉਹਨਾਂ ਨੂੰ ਫਿਰ ਉੱਥੇ ਕਿਤੇ ਨਾ ਕਿਤੇ ਮਦਰ ਨੂੰ ਜਾਂ ਉਹ ਕੁਛ ਨਾ ਕੁਛ ਤਾਂ ਤੁਹਾਨੂੰ ਪਿੱਛੋਂ ਦੱਸਣਾ ਪੈਂਦਾ ਹੈ ਕਿ ਵੀ ਇੱਦਾਂ, ਕਿਉਂਕਿ ਜਦੋਂ ਬੱਚੇ ਹੋ ਜਾਂਦੇ ਆ ਨਾ ਜੀ, ਫਿਰ ਇਕੱਲੀ ਲੇਡੀ ਨਹੀਂ, ਫਿਰ ਬੰਦੇ ਨੂੰ ਵੀ ਸਮਝਣਾ ਚਾਹੀਦਾ ਹੈ। ਬੰਦਾ ਜਿਹੜਾ ਆਪਣੀ ਈਗੋ ਲੈ ਕੇ ਬੈਠਾ ਰਹਿੰਦਾ ਹੈ ਨਾ, ਜਾਂ ਹਰ ਵੇਲੇ ਤੁਸੀਂ ਉਸੇ ਪ੍ਰੈਸ਼ਰ ਥੱਲੇ ਉਹ ਲੈ ਮੈਂ ਕੰਮ ਕਰਕੇ ਆਇਆ ਨਾ, ਹੁਣ ਮੈਂ ਤਾਂ ਬਸ ਐ ਹਾਂ, ਮੇਰੇ ਕਰਕੇ ਘਰ ਚੱਲਦਾ। ਮੈਂ ਬਹੁਤ ਸਾਰੀਆਂ ਲੇਡੀਜ਼ ਦੇਖੀਆਂ ਜੀ, ਬੜੀਆਂ ਇੰਟੈਲੀਜੈਂਟ, ਵੈਰੀ ਸਕਿਲਫੁਲ ਲੇਡੀਜ਼, ਜਿਹੜੀਆਂ ਅੱਜ ਦੇ ਆਰ ਡੂਇੰਗ ਨਥਿੰਗ ਬਿਕੋਜ਼ ਬੰਦਿਆਂ ਨੇ ਇੰਨੀਆਂ ਓਵਰ ਪਾਵਰ ਕੀਤੀਆਂ ਪਈਆਂ ਆ। ਉਹ ਦੋਨਾਂ 'ਚ ਪੇਸ਼ੈਂਸ ਲੈਵਲ ਬਰਾਬਰ ਚਾਹੀਦਾ, ਸਮਝਣਾ ਚਾਹੀਦਾ, ਜਾਂ ਤਾਂ ਬਿਲਕੁਲ ਹੀ ਥੱਲੇ ਲੱਗ ਜਾਂਦੀਆਂ ਜੀ। ਫਿਰ ਉਹ ਨਹੀਂ, ਦੇਖੋ ਪੇਸ਼ੈਂਸ ਲੈਵਲ ਇੱਥੇ ਹੀ ਤਾਂ ਇਸ਼ੂ ਆਉਂਦਾ, ਜਦੋਂ ਇਹ ਖਤਮ ਹੁੰਦਾ ਹੈ ਤਾਂ ਡਿਵੋਰਸਿਸ ਹੁੰਦੇ ਆ ਜਾਂ ਸੈਪਰੇਸ਼ਨ ਹੁੰਦੀਆਂ ਆ। ਫਿਰ ਜਾਂ ਇਹ ਹੁਣ ਅੱਜ ਕੱਲ੍ਹ ਇੰਨਾ ਕੁਛ ਅਵੇਲੇਬਿਲਿਟੀ ਆਫ ਐਵਰੀਥਿੰਗ ਸੋ ਮੱਚ ਹੋ ਗਈ ਹੈ ਕਿ ਅਗਲੇ ਉਹ 20 ਸਾਲਾਂ ਬਾਅਦ ਵੀ ਡਿਵੋਰਸ ਹੋ ਰਿਹਾ, ਜਦੋਂ ਕੋਈ ਸੋਚਦਾ ਵੀ ਨਹੀਂ ਹੈ ਵੀ ਕੀ ਹੁਣ ਹੋਊਗਾ, ਕੱਲ੍ਹ ਤੱਕ ਤਾਂ ਚੰਗੇ ਭਲੇ ਸੀ। ਮਤਲਬ ਕਹਿਣ ਦਾ ਮਤਲਬ ਜਾਂ ਤਾਂ ਇਹ ਤਰੀਕਾ ਜਾਂ ਫਿਰ ਇਗਨੋਰ ਕਰਨਾ ਪੈਣਾ। ਦੇਖੋ ਹੋਰ ਕੀ ਕਰ ਰਿਹਾ, ਜਾਂ ਉਹ ਪਤਨੀ ਹੈ ਚਾਹੇ ਉਹ ਪਤੀ ਹੈ, ਇਗਨੋਰ ਕਰਨਾ ਪੈਣਾ। ਇਗਨੋਰ ਵੀ ਕਰ ਸਕਦੇ। ਪਰ ਦੇਖੋ ਫਿਰ ਯੂ ਓਨਲੀ ਕਾਂਟ ਬਲੇਮ ਅ ਲੇਡੀ, ਬੰਦੇ ਨੂੰ ਵੀ ਹੁਣ ਇਕੁਅਲੀ ਓਨਾ ਹੀ ਕਰਨਾ ਪੈਣਾ, ਚਾਹੇ ਉਹ ਕਹਿ ਲਓ ਸਾਡੀ ਜਨਰੇਸ਼ਨ ਹੈ, ਸਾਡੇ ਤੋਂ ਥੋੜ੍ਹੀ ਛੋਟੀ ਹੈ, ਜਾਂ ਹੁਣ ਜਿਹੜੀ ਨਵੀਂ ਵਾਲੀ ਹੈਗੀ ਹੈ, ਉਹ ਸਭ ਨੂੰ ਹੀ ਸਮਝਣਾ ਪੈਣਾ। ਟ੍ਰੇਨ ਦੀਆਂ ਲਾਈਨਸ ਪੈਰਲਰ ਚੱਲਦੀਆਂ ਆ, ਉਹ ਪੈਰਲਰ ਚੱਲਦੀਆਂ ਆ ਤਾਂ ਟ੍ਰੇਨ ਉਹਦੇ ਉੱਤੇ ਚੱਲਦੀ ਹੈ। ਸੋ ਯੂ ਹੈਵ ਟੂ ਬੀ ਲਾਈਕ ਦੈਟ, ਦੋਨਾਂ ਨੂੰ ਇਕੁਅਲ ਰਹਿਣਾ ਪੈਣਾ। ਜਿੱਥੇ ਉਹ ਜਦੋਂ ਜਾਂ ਉਹ ਲਾਉਂਦੇ ਆ ਨਾ, ਉਹ ਜਦੋਂ ਟਰੈਕ ਜੇ ਨੂੰ ਸ਼ਿਫਟ ਕਰਦੇ ਆ ਤੇ ਟ੍ਰੇਨ ਮੁੜਦੀ ਆ, ਜਦੋਂ ਟਰੈਕ ਦੀ ਗਲਤੀ ਹੁੰਦੀ ਹੈ ਤੇ ਟ੍ਰੇਨ ਪਲਟ ਜਾਂਦੀ ਹੈ। ਦੈਟ ਇਜ਼ ਦਾ ਓਨਲੀ ਥਿੰਗ, ਉਹ ਟਰੈਕ ਹੀ ਹੈ ਜੀ ਜਿਹੜਾ ਸਮਝਣ ਦੀ ਲੋੜ ਆ। ਹਾਂ,
ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ। ਖੁੱਲ ਕੇ ਤੁਸੀਂ ਗੱਲਾਂ ਕੀਤੀਆਂ। ਹਮ। ਉਮੀਦ ਕਰਦੇ ਹਾਂ ਕਿ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਘਰ ਘਰ ਤੱਕ ਪਹੁੰਚਣਗੀਆਂ ਤਾਂ ਕਿਤੇ ਨਾ ਕਿਤੇ ਕਈਆਂ ਦੀ ਜ਼ਿੰਦਗੀ ਵੀ ਸਬਰ ਸਕਦੀ ਹੈ ਗੱਲਾਂ ਸੁਣ ਕੇ। ਆਈ ਡੋਂਟ ਨੋ, ਬਾਕੀ ਤਾਂ ਬਾਬੇ ਨੂੰ ਹੀ ਪਤਾ ਹੈ। ਆਈ ਹੋਪ ਕਿ ਸਾਰਾ ਕੁਝ, ਆਈ ਹੋਪ ਕਿ ਠੀਕ ਹੋਵੇ, ਬਟ ਬਿਲਕੁਲ। ਹਾਂ, ਬਟ ਉਹ ਸੋ ਮੈਂ ਅਗੇਨ ਕਹਿਣਾ ਚਾਹੂੰਗੀ ਜੀ ਕਿ ਕਿਤੇ ਨਾ ਕਿਤੇ ਆਪਾਂ ਨੂੰ ਸੋਸ਼ਲ ਮੀਡੀਆ ਤੇ ਕੰਟਰੋਲ ਕਰਨਾ ਪੈਣਾ ਹੈ। ਪਰ ਉਹ ਘਰ ਘਰ ਵਿੱਚ ਵੜ ਚੁੱਕਿਆ ਸੋਸ਼ਲ ਮੀਡੀਆ। ਹਾਂ, ਜਿੱਦਾਂ ਚਿੱਟਾ ਵੜ ਚੁੱਕਿਆ ਨਾ ਪੰਜਾਬ ਦੇ ਅੰਦਰ, ਇਟਸ ਦ ਸੇਮ ਥਿੰਗ। ਪਰ ਇਹਨੂੰ ਰੋਕਿਆ ਵੀ ਨਹੀਂ ਜਾ ਸਕਦਾ। ਰੋਕਿਆ ਵੀ ਨਹੀਂ ਜਾ ਸਕਦਾ, ਬਟ ਬਿਕੋਜ਼ ਹੁਣ ਮੈਨੂੰ ਨਹੀਂ ਪਤਾ, ਆਈ ਐਮ ਨੋਟ ਵੈਰੀ ਇੰਸਟਾਗ੍ਰਾਮ ਔਰ ਫੇਸਬੁੱਕ ਦਿਸ ਥਿੰਗ, ਬਟ ਜਿਹੜੇ ਉਹ ਵਿਊ, ਮੈਨੂੰ ਤਾਂ ਉਹ ਹੁਣ ਇੱਕ ਦੋ ਵਾਰੀ ਮੈਂ ਪੋਡਕਾਸਟ ਵਾਲਿਆਂ ਨੂੰ, ਜਿੱਦਾਂ ਤੁਸੀਂ ਮੇਰਾ ਲੈ ਰਹੇ ਹੋ, ਮੈਂ ਸੁਣਿਆ ਆ, ਉਹ ਕਹਿੰਦੇ ਜਦੋਂ ਅਸੀਂ ਇਹੋ ਜਿਹੇ ਪੋਡਕਾਸਟ ਕੀਤੇ ਸਾਡੇ ਵਿਊ ਜ਼ਿਆਦਾ ਹੋ ਗਏ ਕੰਪੈਰੀਟਿਵਲੀ ਇੱਕ ਨੋਰਮਲ ਨਾਲੋਂ। ਤਾਂ ਪੋਡਕਾਸਟ ਵਾਲਾ ਉਹਦੇ ਨਾਲ ਇਨਕਰੇਜ ਹੋ ਜਾਂਦਾ ਵੀ ਲੈ ਕਰੋ ਇਹ, ਹਾਂ ਮੇਰਾ ਤਾਂ ਇੱਦਾਂ ਚੱਲ ਰਿਹਾ। ਫਿਰ ਤੁਸੀਂ ਪੌਣੇ ਘੰਟੇ ਦਾ ਪੋਡਕਾਸਟ ਕਰ ਲਓ ਜਾਂ ਫਿਰ 1 ਮਿੰਟ ਦੀ ਰੀਲ ਬਣਾ ਲਓ, ਹਾਂ, ਉਹ ਚ ਕੰਟੈਂਟ ਨਾ ਪਾਓ, ਉਹ ਰੀਲ ਚੱਲ ਜਾਂਦੀ ਹੈ। ਉਹ ਬਿਲਕੁਲ ਪੋਡਕਾਸਟ ਲੋਕੀ ਸੁਣਦੇ ਨਹੀਂ, ਜਿਹੜੇ ਇਨਫੋਰਮੇਸ਼ਨਲ ਹੀ ਹੁੰਦੇ ਨੇ ਜਿਹੜੇ ਖਾਸ ਤੌਰ ਤੇ। ਬਿਕੋਜ਼ ਆਪਣੀ ਸਾਰਿਆਂ ਦਾ ਸ਼ਾਰਟ ਹੋ ਗਿਆ, ਸਪੈਨ ਬਹੁਤ ਸ਼ਾਰਟ ਹੋ ਗਿਆ। ਜਿੱਦਾਂ ਅੱਗੇ ਬੱਚੇ ਕਾਰਟੂਨ ਦਿਖਾਉਂਦੇ ਹੁੰਦੇ ਸੀ ਨਾ, ਉਹ ਕਾਰਟੂਨ ਇੰਨੀ ਸਪੀਡ ਨਾਲ ਚੱਲਦੇ ਸੀ ਬਿਕੋਜ਼ ਉਹਨਾਂ ਦੀ ਅਟੈਂਸ਼ਨ ਸਪੈਨ ਵਾਸ ਵੈਰੀ ਸਮਾਲ। ਸੋ ਹੁਣ ਸੇਮ ਥਿੰਗ ਸਾਡਿਆਂ ਨਾਲ ਵੀ ਹੋ ਗਿਆ, ਸਾਡੀ ਜਨਰੇਸ਼ਨ ਨਾਲ ਹੋਰਾਂ ਨਾਲ ਵੀ ਹੋ ਗਿਆ। ਇਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੇ ਕੰਟਰੋਲ ਚਾਹੀਦਾ ਬਹੁਤ, ਮਤਲਬ ਨਹੀਂ ਤਾਂ ਆਪਾਂ ਬਹੁਤ ਕਿਤੇ ਬੁਰੀ ਤਰ੍ਹਾਂ, ਮਤਲਬ ਕੋਈ ਜਨਰੇਸ਼ਨਸ ਦਾ ਖਾਤਮਾ ਹੋਏਗਾ ਜਾਂ ਕੁਝ ਹੋਏਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ।